ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੇ ਮੇਰੇ ਨਾਲ ਇਸ ਵਕਤ ਸ਼ਿਵਿੰਦਰ ਜੀ ਜੁੜ ਗਏ ਨੇ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ਿਵਿੰਦਰ ਜੀ ਸਭ ਤੋਂ ਪਹਿਲਾਂ ਮੈਂ ਅਪਡੇਟ ਲੈਣੀ ਚਾਹੂੰਗਾ ਤੁਹਾਡੇ ਤੋਂ, ਕਿਉਂਕਿ ਪਹਿਲਾਂ ਹੀ ਪੱਟੀ ਸਾਹਿਬ ਨਾਲ ਤਾਂ ਗੱਲਬਾਤ ਹੋ ਗਈ ਸੀ ਵੀ ਜਿਹੜੀ ਟਕੈਤ ਸਾਹਿਬ ਤੇ ਹਮਲਾ ਹੋਇਆ ਜੀ ਅਲਵਰ ਦੇ ਵਿੱਚ, ਇਹਦੇ ਬਾਰੇ ਕੀ ਅਪਡੇਟ ਹੈ? ਧਰਨੇ ਤੇ ਬੈਠੇ ਹੋਏ ਨੇ ਕਿਸਾਨ, ਕੁਝ ਵੀਡੀਓਜ਼ ਵੀ ਹੁਣ ਸਾਹਮਣੇ ਆ ਰਹੀਆਂ ਨੇ, ਸਾਰਾ ਕੁਝ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਜੀ। ਅਸਲ ਦੇ ਵਿੱਚ ਪਹਿਲਾਂ ਇਹ ਖਬਰ ਜਿਹੜੀ ਹੈ ਨਾ ਦੋ ਢੰਗ ਨਾਲ ਸਾਡੇ ਕੋਲ ਆਈ ਸੀਗੀ। ਪਹਿਲਾਂ ਖਬਰ ਆਈ ਜਿਵੇਂ ਯੂਪੀ ਦੇ ਵਿੱਚ ਹਮਲਾ ਹੋਇਆ, ਫਿਰ ਇੱਕਦਮ ਇਹਦੀ ਜਿਹੜੀ ਹੈਗੀ ਹੈ ਸਪਸ਼ਟੀਕਰਨ ਆਇਆ, ਸਾਡੇ ਕੋਲ ਪਹੁੰਚਿਆ ਵੀ ਨਹੀਂ ਇਹ ਹਮਲਾ ਯੂਪੀ 'ਚ ਨਹੀਂ ਹੋਇਆ ਸੀਗਾ। ਇਹ ਹਮਲਾ ਤਾਂ ਰਾਕੇਸ਼ ਟਕੈਤ ਦੇ ਰਾਜਸਥਾਨ ਦੇ ਵਿੱਚ ਅਲਵਰ ਦੇ ਵਿੱਚ ਹੋਇਆ ਸੀ। ਉੱਥੇ ਦੀ ਰਾਕੇਸ਼ ਟਕੈਤ ਦੇ ਕਾਫਲੇ ਉੱਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਵਿੱਚ ਭੀੜ ਨੇ ਹਮਲਾ ਕੀਤਾ। ਹਮਲੇ ਦੇ ਸਮੇਂ ਜਿਹੜਾ ਟਕੈਤ ਅਲਵਰ ਦਾ ਇਲਾਕਾ ਹੈਗਾ ਹਰਸੌਰਾ, ਉੱਥੇ ਇਕੱਠ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉੱਥੇ ਦੱਸਿਆ ਜਾ ਰਿਹਾ ਕਿ ਤਰਤਾਪੁਰ ਇਲਾਕਾ ਹੈ, ਉੱਥੇ ਭੀੜ ਨੇ ਟਕੈਤ ਦੇ ਕਾਫਲੇ ਤੇ ਪੱਥਰ ਵੀ ਸੁੱਟੇ, ਟਕੈਤ ਦੀ ਜਿਹੜੀ ਕਾਰ ਦਾ ਸ਼ੀਸ਼ਾ ਭੰਨਿਆ। ਤੇ ਇਸ ਦੌਰਾਨ ਜਿਹੜਾ ਹੈਗਾ ਕੁਝ ਇਹੋ ਜਿਹੇ ਅਨਸਰ ਸੀਗੇ ਟਕੈਤ ਦੇ। ਮੈਂ ਟਵਿੱਟਰ ਹੈਂਡਲ ਨੂੰ ਦੇਖ ਰਿਹਾ ਇਸ ਸਮੇਂ, ਟਵਿੱਟਰ ਦੇ ਉੱਤੇ ਉਹਨਾਂ ਨੇ ਲਿਖਿਆ ਹੋਇਆ ਕਿ ਰਾਜਸਥਾਨ के जिले के ततारपुर चौराहा पर बांसुर रोड पर भाजपा के कुछ गुंडों द्वारा जानलेवा हमला किया गया है। लोकतंत्र की ये हत्या की तस्वीरें मैं दिखा रहा हूं आपको। सो उन्होंने अपने ट्विटर हैंडल ਦੇ ਉੱਤੇ ਹਿੰਦੀ ਦੇ ਵਿੱਚ ਲਿਖਿਆ ਹੋਇਆ, ਜਿਹੜਾ ਮੈਂ ਪੜ੍ਹ ਕੇ ਸੁਣਾਇਆ। ਤੇ ਖਬਰ ਇਹ ਵੀ ਆ ਰਹੀ ਹੈ ਕਿ ਇੱਥੇ ਜਦੋਂ ਹਮਲਾ ਹੋਇਆ ਉਸ ਵਿੱਚ ਸ਼ੀਸ਼ਾ ਤੋੜਨ ਦੇ ਨਾਲ ਕੁਝ ਲੋਕਾਂ ਨੇ ਸਿਆਹੀ ਵੀ ਸੁੱਟੀ ਆ ਉੱਥੇ ਟਕੈਥੋਰਾਂ ਦੇ ਉੱਤੇ। ਤੇ ਹਾਲਾਂਕਿ ਇਸ ਸਮੇਂ ਪੁਲਿਸ ਨੇ ਸਥਿਤੀ ਨੂੰ ਕਾਬੂ ਪਾ ਲਿਆ। ਜਦੋਂ ਤੱਕ ਮੇਰੇ ਕੋਲ 10 ਮਿੰਟ ਤੱਕ ਖਬਰਾਂ ਆਈਆਂ ਸੀਗੀਆਂ, ਸੁਰੱਖਿਆ ਦਾ ਘੇਰਾ ਟਕੈਤ ਦਾ ਨੂੰ ਬਾਹਰ ਕੱਢ ਦਿੱਤਾ ਗਿਆ। ਸੁਰੱਖਿਆ ਦੇ ਘੇਰੇ ਨਾਲ ਪੁਲਿਸ ਨੇ, ਪੁਲਿਸ ਸੁਰੱਖਿਆ ਦੇ ਜਿਹੜੇ ਵਿਚਕਾਰ ਟਕੈਤ ਨੂੰ ਉੱਥੋਂ ਜਿਹੜਾ ਇਲਾਕੇ ਚੋਂ ਕੱਢਿਆ ਗਿਆ। ਟਕੈਤ ਨੇ ਖੁਦ ਸੋਸ਼ਲ ਮੀਡੀਆ ਉੱਤੇ ਇਹ ਬਿਆਨ ਦਿੱਤਾ ਜਿਹੜਾ ਮੈਂ ਪੜ੍ਹ ਕੇ ਸੁਣਾਇਆ ਤੁਹਾਨੂੰ। ਸੋ ਇਹਦੇ ਨਾਲ ਹੀ ਪੁਲਿਸ ਨੇ ਟਕੈਤ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਇੱਥੇ ਇੱਕ ਲੋਕਲ ਯੂਨੀਵਰਸਿਟੀ ਆ, ਉਹਦੇ ਕੁਝ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਫੜਿਆ, ਜਿਹਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਇਹ ABVP ਨਾਲ ਸੰਬੰਧਿਤ ਬੰਦੇ ਨੇ। ਇਹਦੇ ਵਿੱਚ ਇੱਕ ਦਾ ਨਾਮ ਕੁਲਦੀਪ ਯਾਦਵ ਹੈ, ਉਹਦੇ ਸਣੇ ਉਹ ਕਿ ਇਹਨਾਂ ਦੀ ਵਿਦਿਆਰਥੀ ਜਥੇਬੰਦੀ ਹੈ ਜਿਹੜੀ ABVP, ਉਹਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਤੇ 4 ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜੀ। ਅੱਛਾ, ਜਿਵੇਂ ਗੋਲੀ ਦੀ ਗੱਲ ਆਈ ਸੀਗੀ ਕਿ ਗੋਲੀ ਵੀ ਚੱਲੀ ਹੈ, ਹੋਰ ਵੀ ਚੱਲੀਆਂ, ਉਹ ਟਕੈਤ ਸਾਹਿਬ ਨੇ ਕੀ ਇਹਦੇ ਬਾਰੇ ਕੁਛ ਲਿਖਿਆ? ਨਾ, ਇਹਦੇ ਬਾਰੇ ਕੁਛ ਨਹੀਂ ਲਿਖਿਆ। ਉਹਨਾਂ ਨੇ ਸਿਰਫ ਇਹੀ ਲਿਖਿਆ ਕਿ ਮੇਰੀ ਗੱਡੀ ਦਾ ਸ਼ੀਸ਼ਾ ਭੰਨਿਆ ਹੈ, ਕੁਝ ਗੁੰਡਿਆਂ ਨੇ ਜਾਨਲੇਵਾ ਹਮਲਾ ਕੀਤਾ ਮੇਰੇ ਉੱਤੇ। ਤੇ ਉਹ ਮਤਲਬ ਜਿਹੜੀ ਪਹਿਲਾਂ ਨਾ ਗੱਡੀ ਦਿਖਾਈ ਜਾ ਰਹੀ ਸੀ ਵੀ ਗੋਲੀ ਲੱਗੀ, ਸ਼ਾਇਦ ਟਕੈਤ ਦੇ ਲੱਗੀ ਜਾਂ ਗੱਡੀ ਤੇ ਲੱਗੀ। ਫਿਲਹਾਲ ਤਾਂ ਜਾਣਕਾਰੀ ਇਹੀ ਹੈ ਕਿ ਜਿਵੇਂ ਟਕੈਤ ਨੇ ਤਾਂ ਥੋੜਾ ਜਿਹਾ ਟੋਕ ਲਾਈਨਾਂ ਪਾਈਆਂ ਨੇ। ਉਹ ਇਹਨੂੰ ਚਲੋ ਟਕੈਤ ਸਾਹਿਬ ਨੇ ਉਹਨਾਂ ਦੀ IT ਟੀਮ ਨੇ ਪਾਈ ਹੋਣੀ ਹੈ ਜੋ ਕੁਛ ਵੀ। ਹਾਂਜੀ, ਹਾਂ, ਮਤਲਬ ਕਿ ਹੈ ਉਹਨਾਂ ਦਾ ਟਵਿੱਟਰ ਹੈਂਡਲ ਕਹਿਣ ਦਾ ਮਤਲਬ ਵੀ ਉਹ ਪੰਜਾਬੀ 'ਚ ਵੀ ਤੇ ਅੰਗਰੇਜ਼ੀ 'ਚ ਵੀ ਲਗਭਗ ਇਹੀ ਸ਼ਬਦ ਨੇ। ਮੈਂ ਅੰਗਰੇਜ਼ੀ 'ਚ ਵੀ ਦੇਖ ਰਿਹਾ ਉਹਨਾਂ ਦਾ ਟਵਿੱਟਰ ਹੈਂਡਲ, ਉਹਦੇ ਵਿੱਚ ਵੀ ਲਗਭਗ ਇਹੀ ਸ਼ਬਦ ਨੇ। ਲੇਕਿਨ ਉੱਥੇ ਪੱਥਰਬਾਜ਼ੀ ਦੀ ਖਬਰ ਆ ਰਹੀ ਹੈ, ਗੋਲੀ ਦੀ ਨਹੀਂ ਆ ਰਹੀ। ਪਹਿਲਾਂ ਗੋਲੀ ਦੀ ਖਬਰ ਆਈ ਸੀ ਇੱਕਦਮ ਸਾਡੇ ਕੋਲ। ਜੀ। ਸੋ ਕਹਿਣ ਤੋਂ ਭਾਵ ਵੀ ਹੁਣ ਜਿਹੜੀ BJP ਦੇ ਕੁਝ ਅਨਸਰ ਨੇ ਇਹ ਹੁਣ ਸਿੱਧੇ ਤੌਰ ਤੇ ਆਖੀਏ ਕਿ ਹਮਲਿਆਂ ਦੇ ਉੱਤੇ ਉਤਰ ਆ ਗਏ ਨੇ, ਕਿਉਂਕਿ ਜੋ ਕੁਝ BJP ਚਾਹੁੰਦੀ ਸੀ ਪੋਲਰਾਈਜੇਸ਼ਨ ਕਰਨਾ ਜਾਂ ਸਿਵਲ ਵਾਰ ਨੂੰ ਜਿਵੇਂ ਕਿਹਾ ਜਾਂਦਾ ਸੀ ਸਿਵਲ ਵਾਰ ਕਰਨੀ ਧੱਕਣ ਦੀ ਕੋਸ਼ਿਸ਼ ਹੈ, ਤਾਂ ਇਹ ਗੱਲਾਂ ਸਪਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਨੇ। ਫਿਰ BJP ਦੇ ਗੁੰਡਿਆਂ ਨੇ ਨਾ ਸਾਰਾ ਕੁਛ, ਤੁਸੀਂ ਦੇਖੋ ਜਦੋਂ CA ਦਾ ਪ੍ਰੋਟੈਸਟ ਚੱਲਿਆ ਉਦੋਂ ਵੀ ਇਹੀ ਕੰਮ ਕੀਤਾ ਸੀਗਾ। ਸ਼ਾਹੀਨ ਬਾਗ ਵਿੱਚ ਆ ਕੇ ਗੋਲੀ ਚਲਾਉਣ ਵਾਲਾ ਬੰਦਾ ਕੌਣ ਸੀ? ਇਸੇ ਤਰ੍ਹਾਂ ਵੱਖ UP ਦੇ ਵਿੱਚ ਜਦੋਂ ਪ੍ਰੋਟੈਸਟ ਹੁੰਦੇ ਸੀ ਉੱਥੋਂ ਵੀ ਇਹਨਾਂ ਦੇ ਗੁੰਡੇ ਹੀ ਕਰਦੇ ਸੀ। ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਆ ਕਿਸਾਨ ਅੰਦੋਲਨ ਦੇ ਮਾਮਲੇ ਵਿੱਚ। ਪੰਜਾਬ ਦੇ ਵਿੱਚ ਮਲੋਟ ਵਾਲਾ ਕਾਂਡ ਵਾਪਰਿਆ, BJP ਲਗਾਤਾਰ ਰੈਲੀਆਂ ਕਰਨ ਲੱਗੀ ਹੋਈ ਹੈ। ਉਹਦਾ ਕਾਰਨ ਹੈ ਵੀ ਰੈਲੀਆਂ ਕਰੂਗੀ ਤਾਂ ਜਿਹੜਾ ਇਹਦੀ ਕੋਸ਼ਿਸ਼ ਹੈ ਕਿ ਵੀ ਹਿੰਦੂ ਬਨਾਮ ਸਿੱਖ ਵਾਲਾ ਮੁੱਦਾ ਖੜਾ ਉਹ ਤਾਂ ਲੱਗੇ ਵੇ ਜੀ। ਉਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਹਬੂਰ ਦੇ ਵਿੱਚ ਮੈਂ ਜਾ ਕੇ ਹੀ ਆਇਆ, ਉੱਥੇ ਇੱਕ ਸਾਡੇ ਬੜੇ ਚਾਨਣ ਮੱਲ ਹਲਵਾਈ ਆ ਬੜੇ ਤਗੜੇ, ਉਹਨੂੰ ਕਹੀ ਜਾਂਦੇ ਵੀ ਤੂੰ ਹਿੰਦੂ ਹੋ ਕੇ ਦੁਕਾਨ ਨਹੀਂ ਬੰਦ ਕਰ ਰਿਹਾ। ਉਹ ਕਹਿੰਦਾ ਯਾਰ ਕਿੱਧਰ ਹਿੰਦੂ ਸਿੱਖ ਦਾ ਮਸਲਾ ਆ ਗਿਆ, ਤੁਸੀਂ ਕੀ ਕਰੀ ਜਾਂਦੇ? ਬਿਲਕੁਲ। ਤੇ ਅੱਛਾ, ਹੁਣ ਦੂਜੇ ਬੰਨੇ ਰਾਜਸਥਾਨ ਦੇ ਵਿੱਚ ਵੀ ਇਸ ਸਮੇਂ ਤੁਹਾਨੂੰ ਪਤਾ ਵੀ BJP ਦੀ ਸਰਕਾਰ ਨਹੀਂ ਹੈਗੀ, ਉੱਥੇ ਕਾਂਗਰਸ ਦੀ ਸਰਕਾਰ ਆ। ਉੱਥੇ ਉਹ ਕਰਨ ਲੱਗਿਆ ਜਿੱਥੇ ਮਤਲਬ ਇਹਨਾਂ ਦੀ ਸਰਕਾਰ ਨਹੀਂ, ਉੱਥੇ ਦਾਅ ਲਾਉਣ ਦੀ ਤਾਂ ਕੋਸ਼ਿਸ਼ ਕਰਦੇ ਆ। ਦੂਜੇ ਜਿੱਥੇ ਸਰਕਾਰ ਹੈਗੀ ਆ ਉੱਥੇ ਤਾਂ ਉਂਝ ਚਲੋ ਉਹਨਾਂ ਨੇ ਆਪਣੇ ਪੁਲਿਸ ਰਾਹੀਂ ਦਵਾਈ ਲੈਣਾ ਹੁੰਦਾ। ਸੋ ਇੱਥੇ ਜਿਹੜੇ ਇਲਾਕਿਆਂ ਵਿੱਚ ਇਹਨਾਂ ਦੀ ਸਰਕਾਰ ਨਹੀਂ, ਉੱਥੇ ਫਿਰ ਇਹ ਆਪਣਾ ਪੱਤਾ ਹਰ ਤਰ੍ਹਾਂ ਦਾ ਖੇਡਦੇ ਆ। ਇੱਥੇ ਹੁਣ
ਰਾਜਸਥਾਨ ਦੇ ਵਿੱਚ ਹਿੰਦੂ ਸਿੱਖ ਦਾ ਮੁੱਦਾ ਤਾਂ ਨਹੀਂ, ਰਾਜਸਥਾਨ ਜਿਹੜਾ ਮੁੱਦਾ ਬਣਾਉਣਗੇ ਉਹ ਦੇਸ਼ ਧਰੋਹੀ ਵਾਲਾ ਬਣਾਉਣਗੇ ਵੀ ਇਹ ਤਾਂ ਜੀ ਦੇਖੋ ਗਲਤ ਅੰਸਰ ਨੇ, ਮਾਓਵਾਦੀ ਨੇ, ਫਲਾਨਾ ਢੀਂਗੜਾ। ਤੇ ਪੰਜਾਬ ਦੇ ਵਿੱਚ ਹਿੰਦੂ ਬਨਾਮ ਸਿੱਖ ਵਾਲਾ ਮੁੱਦਾ ਬਣਾਉਣ ਦੀ ਕੋਸ਼ਿਸ਼, ਜਿੱਥੇ ਜਿਵੇਂ ਜਿਵੇਂ ਲੋਟ ਆਇਆ ਉਵੇਂ ਕਰੀ ਜਾਣਗੇ ਇਹ, ਉਵੇਂ ਕਰ ਰਿਹਾ। ਪਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਜਿਵੇਂ ਤੁਸੀਂ ਆਪ ਵੀ ਫਰਮਾ ਰਹੇ ਹੋ ਕਿ ਮਲੋਟ ਦੇ ਵਿੱਚ ਉੱਥੇ ਦੇ ਜਿਹੜੇ ਆਮ ਹਿੰਦੂ ਭਾਈਚਾਰਾ ਉਹ ਇਹਨਾਂ ਦੇ ਨਾਲ ਨਹੀਂ ਖੜਾ ਹੈਗਾ। ਉਹਨਾਂ ਨੇ ਮਤਲਬ ਜਿਵੇਂ ਦੁਕਾਨਾਂ ਬੰਦ ਕਰਨ ਨੂੰ ਕਿਹਾ ਸੀ, ਜਿਵੇਂ ਹਲਵਾਈ ਦੀ ਉਦਾਹਰਨ ਤੁਸੀਂ ਦਿੱਤੀ ਆ, ਉੱਥੇ 2 ਦਿਨ ਪਹਿਲਾਂ ਵੀ ਬਿਆਨ ਸੀਗਾ ਵੀ ਭਾਈ ਅਸੀਂ ਕਿਸਾਨਾਂ ਖਾਤਰ ਤਾਂ ਦੁਕਾਨਾਂ ਬੰਦ ਕਰ ਦਾਂਗੇ ਪਰ ਤੁਹਾਡੇ ਖਾਤਰ 1 ਮਿੰਟ ਨਹੀਂ ਕਰਨ ਲੱਗੇ। ਕਿਉਂਕਿ ਉਹ ਫਿਰ ਪੋਲੀਟੀਕਲ ਪਾਰਟੀ ਹੈ ਨਾ, ਇੱਥੇ ਇੱਕ ਸਮਾਜ ਹੈ, ਇਕਨੋਮਿਕ ਲੜਾਈ ਆ, ਆਰਥਿਕ ਲੜਾਈ ਲੜੀ ਜਾ ਰਹੀ ਹੈ। ਬਿਲਕੁਲ ਆਰਥਿਕ ਲੜਾਈ ਲੜੀ ਜਾ ਰਹੀ ਹੈ ਜਿਹਦੇ ਵਿੱਚੋਂ ਹਰ ਬੰਦੇ ਨੇ ਪ੍ਰਭਾਵਿਤ ਹੋਣਾ ਇਸ ਕਾਨੂੰਨਾਂ ਨਾਲ। ਇਹਦੇ ਵਿੱਚੋਂ ਚਾਹੇ ਉਹਦਾ ਕੋਈ ਧਰਮ ਕੋਈ ਵੀ ਹੈ, ਜਾਤ ਕੋਈ ਵੀ ਹੈ, ਚਾਹੇ ਉਹ ਕਿਸਾਨੀ ਕਰਦਾ ਜਾਂ ਕਿਸਾਨੀ ਨਾਲ ਸੰਬੰਧਿਤ ਹੈ ਜਾਂ ਨਹੀਂ ਹੈਗਾ। ਜੀ ਤੇ ਇਹਦੇ ਨਾਲ ਹੀ ਆਪਾਂ ਥੋੜਾ ਜਿਹਾ ਹੁਣ ਗੱਲ ਤੋਰ ਕੇ ਚੱਲੀਏ ਅਸਾਮ ਵੱਲ ਨੂੰ, ਪੰਜਾਬ ਵੱਲ ਨੂੰ ਤਾਂ ਆਪਾਂ ਆਵਾਂਗੇ ਇਸ ਦੇ ਮਸਲੇ ਦੇ ਉੱਤੇ। ਤੇ ਜੇਕਰ ਅਸਾਮ ਦੀ ਗੱਲ ਕਰੀਏ ਤਾਂ ਉੱਥੇ ਦੂਜੇ ਗੇੜ ਦੇ, ਬੰਗਾਲ 'ਚ ਵੀ ਦੂਜੇ ਗੇੜ ਦੇ ਜਿਹੜੇ ਨੇ ਵੋਟਾਂ ਪੈ ਚੁੱਕੀਆਂ ਨੇ। EVM ਦਾ ਮੁੱਦਾ ਭਾਰੂ ਫਿਰ ਨਜ਼ਰ ਆ ਰਿਹਾ ਹੈ। ਸਹੀ ਕੀ ਕਹਿੰਦੇ ਹੋ? ਕੁਛ ਬਰਾਮਦ ਵੀ ਹੋਈਆਂ ਨੇ, ਕੁਛ ਕਹਿੰਦੇ ਚਰਚਾ, ਜਿਵੇਂ ਤੁਹਾਨੂੰ ਇੱਕ ਯਾਦ ਹੋਊਗਾ ਪਹਿਲਾਂ ਹੋਟਲ ਦੇ ਵਿੱਚੋਂ EVM ਮਿਲ ਗਈਆਂ ਸੀਗੀਆਂ, ਉੱਥੇ ਕਿਹੜਾ ਮੈਨੂੰ ਲੱਗਦਾ ਮੱਧ ਪ੍ਰਦੇਸ਼ ਸੀ ਕਿ ਕਿੱਥੇ ਸੀ, ਇੱਥੇ ਕਹਿੰਦੇ BJP ਦੇ ਨੇਤਾ ਦੇ ਨਾਲ ਹੀ ਚੋਣ ਅਧਿਕਾਰੀ ਸੀਗੇ ਤੇ ਉਹਨਾਂ ਨੂੰ ਵੀ ਕਹਿੰਦੇ ਸਸਪੈਂਡ ਤਾਂ ਕਰ ਦਿੱਤਾ ਗਿਆ। ਕੀ ਅਪਡੇਟ ਜੀ? ਹਾਂ ਬਿਲਕੁਲ ਸੇਮ ਇਹੀ ਖਬਰ ਆ ਰਹੀ ਹੈ ਕਿ ਭਾਜਪਾ ਨੇਤਾ ਦੇ ਨਾਲ ਜਾਂ ਗੱਡੀ 'ਚ ਕਹਿ ਲਓ ਚੋਣ ਅਧਿਕਾਰੀ, ਫਿਰ ਉੱਥੋਂ ਮਸ਼ੀਨਾਂ ਫੜੀਆਂ ਜਾਣੀਆਂ, ਫਿਰ ਫਿਲਹਾਲ ਸਸਪੈਂਡ ਦੀ ਖਬਰ ਆ ਗਈ ਹੈ। ਇਹ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਨਾ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਹੋ ਜਿਹੀਆਂ ਖਬਰਾਂ ਆਈਆਂ ਸੀਗੀਆਂ ਕਿ EVM ਹੈ ਜਿਹੜਾ ਉਹ ਭਾਜਪਾ ਲੀਡਰ ਦੀ ਗੱਡੀ ਦੇ ਵਿੱਚੋਂ ਬਰਾਮਦ ਹੋ ਗਿਆ ਜੀ ਫਲਾਨਾ, ਉਦੋਂ ਢੱਕ ਗਿਆ। UP ਦੇ ਵਿੱਚੋਂ ਮਾਮਲਾ ਸੀ ਉਸ ਸਮੇਂ ਜਦੋਂ ਸੀਗਾ। ਹੁਣ ਇਹਨਾਂ ਦੋਹਾਂ ਸੂਬਿਆਂ 'ਚ ਆਉਣ ਲੱਗ ਗਿਆ ਤੇ ਕੱਲ ਜਦੋਂ ਵੋਟਾਂ ਪਈਆਂ ਉਦੋਂ ਕਈ ਥਾਵਾਂ ਤੇ EVM 'ਚ ਗੜਬੜੀ ਹੋਈ ਹੈ, ਖਰਾਬ ਨਿਕਲ ਆਈਆਂ ਨੇ। ਉਹ ਮੁੱਦਾ ਫਿਰ ਇੱਕਦਮ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ। ਕੁਝ ਥਾਵਾਂ ਉੱਤੇ ਹਿੰਸਾ ਹੋਈ ਹੈ, ਹਲਕੀ ਫੁਲਕੀ ਹਿੰਸਾ ਹੋਈ ਹੈ, ਇੱਥੋਂ ਤੱਕ ਕਿ ਮਮਤਾ ਬੈਨਰਜੀ ਖੁਦ ਦੋਸ਼ ਲਾ ਰਹੀ ਹੈ ਕਿ ਉਹਦੇ ਆਪਣੇ ਇਲਾਕੇ ਦੇ ਵਿੱਚ ਜਿੱਥੋਂ ਉਹ ਇਲੈਕਸ਼ਨ ਲੜ ਰਹੀ ਹੈ ਨੰਦੀਗ੍ਰਾਮ ਦੇ ਵਿੱਚੋਂ, ਉੱਥੇ ਜਾ ਕੇ BJP ਦੇ ਜਿਹੜੇ ਬੰਦੇ ਨੇ ਉਹ ਤਾਂ ਚਲੋ ਕਰ ਹੀ ਰਹੇ ਨੇ ਜੋ ਕੁਝ ਕਰ ਰਹੇ। ਜਿਹੜੀਆਂ ਸੈਂਟਰ ਦੀ ਕੇਂਦਰੀ ਬਲ ਸੁਰੱਖਿਆ ਬਲ ਆਏ ਹੋਏ ਨੇ, ਕੇਂਦਰੀ ਸੁਰੱਖਿਆ ਬਲ ਲੋਕਾਂ ਨੂੰ ਜਿਹੜਾ ਧਮਕਾ ਰਹੇ ਨੇ ਤੇ ਲੋਕਾਂ ਨੂੰ ਉਹਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ। ਮਮਤਾ ਦਾ ਕਹਿਣਾ ਹੈ ਕਿ ਵੀ ਉਹ BJP ਨੂੰ ਵੋਟ ਪਾਓ। ਸੋ ਉੱਥੇ ਸੁਰੱਖਿਆ ਦਲਾਂ, ਕੇਂਦਰੀ ਸੁਰੱਖਿਆ ਬਲਾਂ ਦੀ ਭੂਮਿਕਾ ਉੱਤੇ ਵੀ ਮਮਤਾ ਨੇ ਸਵਾਲ ਖੜਾ ਕੀਤਾ ਜੀ। ਇਹ ਬੜੀ ਹੈਰਾਨੀ, ਦੇਖੋ ਮਮਤਾ ਨੇ ਤਾਂ ਸਵਾਲ ਖੜੇ ਕੀਤੇ ਪਰ ਕੁਝ ਦਿਸਦਾ ਵੀ ਹੁੰਦਾ ਵੀ ਤੁਸੀਂ ਇੰਨਾ, ਫਿਰ ਇਹਦਾ ਮਤਲਬ ਤਾਂ ਤੁਸੀਂ ਲੋਕਤੰਤਰ ਦਾ ਘਾਣ ਹੋ ਰਿਹਾ ਸਿੱਧੇ ਤੌਰ ਦੇ ਉੱਤੇ। BJP ਲੋਕਤੰਤਰ ਨੂੰ ਨਾ ਮੰਨਣ ਵਾਲੀ ਜਮਾਤ ਹੈ, ਉਹ ਤਾਂ ਉਹਦਾ ਲੋਕਤੰਤਰ ਵਗੈਰਾ ਕੋਈ ਯਕੀਨ ਨਹੀਂ। ਤੁਸੀਂ ਉਹਨਾਂ ਦੇ ਲੀਡਰਾਂ ਦੀ ਗੱਲ ਸੁਣਦੇ ਹੀ ਰਹੇ ਹੋ ਕਿਉਂਕਿ ਜਦੋਂ 2019 ਤੋਂ ਪਹਿਲਾਂ ਕਹਿੰਦੇ ਸੀ ਕਿ ਜੇ 19 ਦੇ ਵਿੱਚ ਮੋਦੀ ਜੀ ਜਿੱਤ ਗਏ ਤਾਂ ਫਿਰ 24 ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਕਿਉਂਕਿ ਅਸੀਂ ਪੱਕੇ ਤੌਰ ਤੇ ਇਲੈਕਸ਼ਨ ਬੰਦ ਕਰ ਦੇਣੀ ਹੈ। ਸਾਕਸ਼ੀ ਮਹਾਰਾਜ ਵਰਗੇ ਬੰਦਿਆਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ। ਜਾਂ ਫਿਰ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਚਮਚੇ ਪੱਤਰਕਾਰ ਅਰਨਬ ਗੋਸਵਾਮੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਰ ਵਾਰ ਜਦੋਂ ਪਤਾ ਹੀ ਹੈ ਵੀ BJP ਜਿੱਤਣੀ ਹੈ ਫਿਰ ਇਹ ਬਾਰ-ਬਾਰ ਇਹਨਾਂ ਇਲੈਕਸ਼ਨ ਦੇ ਉੱਤੇ ਪੈਸਾ ਖਰਚ ਕਰਨ ਦੀ ਕੀ ਲੋੜ ਆ। ਆਪ ਹੀ ਨੈਰੇਟਿਵ ਮਤਲਬ ਆਪ ਹੀ ਸਾਰਾ ਕੁਝ ਪੱਤਰਕਾਰੀ ਨੈਰੇਟਿਵ ਚਲਾ ਰਿਹਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਉਹ ਲੋਕ ਨੇ ਜਿਨ੍ਹਾਂ ਦਾ ਲੋਕਤੰਤਰ ਦੇ ਉੱਤੇ ਵਿਸ਼ਵਾਸ ਨਹੀਂ, ਕਿਉਂਕਿ ਜਿਹੜੇ ਫਾਸਿਸਟ ਹੁੰਦੇ ਨੇ ਨਾ, ਫਾਸਿਸਟ ਦਾ ਜਿਹੜਾ ਜਮਹੂਰੀ ਕਦਰਾਂ ਕੀਮਤਾਂ ਨਾਲ ਕੋਈ ਲੈਣਾ ਨਹੀਂ ਹੁੰਦਾ। ਪਰ ਨਾਲ ਦੀ ਨਾਲ ਹੁਣ ਦੇਖੋ ਇਹ ਸਾਰੇ ਗੱਲ ਦੀ ਚਰਚਾ ਇਹ ਵੀ ਇਹਨਾਂ ਨੂੰ ਪਤਾ ਕਿ ਦੁਨੀਆ ਭਰ 'ਚ ਹੋਣ ਲੱਗ ਪਈ ਹੈ। ਹੁਣ ਕਹਿੰਦੇ ਅਮਰੀਕਾ ਤੋਂ ਇੱਕ ਹੋਰ ਰਿਪੋਰਟ ਆ ਗਈ ਹੈ ਕਿ ਭਾਰਤ ਦੇ ਵਿੱਚ ਸਰਕਾਰ ਵਿਰੁੱਧ ਰਿਪੋਰਟਿੰਗ ਕਰਨਾ ਵੀ ਇੱਕ ਜੁਰਮ ਬਣ ਗਿਆ। ਜੀ ਬਿਲਕੁਲ, ਇਹ ਰਿਪੋਰਟ ਵੈਸੇ ਲਗਾਤਾਰ ਵਿਦੇਸ਼ੀ ਮੀਡੀਆ ਦੇ ਵਿੱਚ ਰਿਪੋਰਟਾਂ ਆਉਂਦੀਆਂ ਨੇ, ਕੁਝ ਦੇਸੀ ਮੀਡੀਆ 'ਚ ਵੀ ਆਉਂਦੀਆਂ, ਪਰ ਦੇਸੀ ਮੀਡੀਆ ਦੇ ਵਿੱਚ ਆਹੀ 2-4 ਗਿਣਤੀ ਦੇ ਨੇ ਜਿਹੜੇ ਵਿਚਾਰੇ ਬੋਲਣ ਵਾਲੇ ਨੇ। ਉਹ ਵਿਚਾਰੇ ਦਿੱਕਤਾਂ ਸਹਿ ਕੇ ਬੋਲ ਰਹੇ ਨੇ, ਉਹਨਾਂ ਨੂੰ ਉਹਦੀ ਕੀਮਤ ਚੁਕਾਉਣੀ ਪੈਂਦੀ ਹੈ। ਪਰ ਆਇਆ ਕਿ ਜਦੋਂ ਵਿਦੇਸ਼ੀ ਰਿਪੋਰਟ ਆਉਂਦੀ ਹੈ ਨਾ, ਉਹ ਸਾਨੂੰ ਐਂ ਪਤਾ ਹੁੰਦਾ ਵੀ ਉੱਥੇ ਥੋੜਾ ਜਿਹਾ ਅਥੈਂਟਿਕ ਹੋਊਗੀ, ਉਹ ਜ਼ਿਆਦਾ ਅਥੈਂਟਿਕ ਹੋਊਗੀ ਕਿਉਂਕਿ ਉੱਥੇ ਉਹਨਾਂ ਨੇ ਪੂਰੇ ਢੰਗ ਨਾਲ ਜਿਹੜਾ ਆਪਣਾ ਕੰਮ ਕੀਤਾ ਹੁੰਦਾ ਹੈਗਾ। ਉਹ ਰਿਪੋਰਟ ਹੁਣ ਸਾਨੂੰ ਦਿਖਾ ਰਹੀ ਹੈ ਵੀ ਭਾਰਤ ਦੇ ਵਿਚਲੀ ਮੀਡੀਆ ਦੀ ਹਾਲਤ ਕੀ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਭਾਰਤ ਦੇ ਵਿੱਚ ਜਿਹੜੀ ਰਿਪੋਰਟਿੰਗ ਕਰਨਾ ਹੈਗਾ ਉਹ ਅਸਲ ਵਿੱਚ ਜੇ ਤੁਸੀਂ ਹੁਕਮਰਾਨ ਦੇ ਉਲਟ ਰਿਪੋਰਟ ਕਰਦੇ ਹੋ ਨਾ ਤਾਂ ਇੱਕ ਅਪਰਾਧ ਮੰਨਿਆ ਜਾਂਦਾ। ਇਹ ਤਾਜ਼ੀ ਰਿਪੋਰਟ ਇਸੇ ਸਾਲ ਹੀ 2-3 ਰਿਪੋਰਟਾਂ ਆਈਆਂ ਅਮਰੀਕਾ ਦੇ ਵਿੱਚੋਂ। ਆ ਤਾਜ਼ੀ ਰਿਪੋਰਟ ਜਿਹੜੀ ਹੈਗੀ ਆ ਉਹਦਾ ਨਾਮ 2020 ਕੰਟਰੀ ਰਿਪੋਰਟਸ ਆਫ ਹਿਊਮਨ ਰਾਈਟਸ ਇਹਦਾ ਨਾਮ ਦਿੱਤਾ ਗਿਆ ਨੇ।
ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਜਿਹੜਾ ਹਾਲਤ ਮੀਡੀਆ ਦੀ ਮਾੜੀ ਆ, 68 ਸਫ਼ਿਆਂ ਦਾ ਇਹ ਰਿਪੋਰਟ ਹੈ, 68 ਸਫ਼ਿਆਂ ਦੀ। ਇਹਦੇ ਵਿੱਚ ਦੱਸਿਆ ਗਿਆ ਕਿ ਭਾਰਤ ਵਿੱਚ ਇਹਨਾਂ ਸਮਿਆਂ ਦੇ ਵਿੱਚ ਇੱਕ ਤਾਂ ਜਿਹੜਾ ਹੈਗਾ ਗੈਰ ਕਾਨੂੰਨੀ ਗਤੀਵਿਧੀਆਂ, ਇੱਕ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ ਦੀ ਜਾਨ ਤੱਕ ਲਈ ਜਾਂਦੀ ਹੈ, ਉਹਨਾਂ ਦੀ ਹਰ ਹਰਬਾ ਵਰਤਿਆ ਜਾਂਦਾ, ਹਰ ਤਰ੍ਹਾਂ ਦੇ ਟਰੋਲ ਹੁੰਦੇ ਨੇ, ਆਨਲਾਈਨ ਟ੍ਰੇਨਿੰਗ ਇਹੋ ਜਿਹੇ ਬੰਦਿਆਂ ਨੂੰ ਦਿੱਤੀ ਜਾਂਦੀ ਹੈ ਇਸ ਕੰਮ ਲਈ, ਤੇ ਸਰਕਾਰ ਪਰ ਕੁਝ ਨਹੀਂ ਕਰ ਰਹੀ। ਇਹਦੇ ਵਿੱਚ ਕੁਝ ਪੱਤਰਕਾਰ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਉੱਤੇ ਦਬਾਅ ਪਿਆ, ਹਮਲੇ ਹੋਏ ਨੇ, ਉਹਨਾਂ ਦਾ ਜ਼ਿਕਰ ਵੀ ਕੀਤਾ। ਦਾ ਵਾਇਰ ਦਾ ਜਿਹੜਾ ਸੰਸਥਾਪਕ ਸੰਪਾਦਕ ਸਿਧਾਰਥ ਵਰਦਰਾਜਨ, ਉਹਨੂੰ ਕਿਵੇਂ ਸਾਹਮਣਾ ਕਰਨਾ ਪਿਆ। ਇਹਦੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਇੱਕ ਗੁਜਰਾਤ ਦਾ ਪੋਰਟਲ ਹੈਗਾ ਵਾ ਫੇਸ ਆਫ ਦਾ ਨੇਸ਼ਨ, ਉਹਦਾ ਜਿਹੜਾ ਸੰਪਾਦਕ ਹੈ ਧਵਲ ਪਟੇਲ, ਉਹਦਾ ਜ਼ਿਕਰ ਆਇਆ ਹੋਇਆ ਵੀ ਉਹਨੇ ਜਦੋਂ ਸਰਕਾਰ ਦੇ ਕੰਮਾਂ ਦੀ ਆਲੋਚਨਾ ਕੀਤੀ, ਉਹਦੇ ਤੇ ਕਿਵੇਂ ਪਰੇਸ਼ਾਨੀਆਂ ਖੜੀਆਂ ਕੀਤੀਆਂ ਗਈਆਂ। ਸਕਰੋਲ ਇਨ ਦੀ ਜਿਹੜੀ ਕਾਰਜਕਾਰੀ ਸੰਪਾਦਕ ਸੁਪ੍ਰਿਆ ਸ਼ਰਮਾ ਐਤਕੀ, ਜਿਹਨੂੰ ਮੈਂ ਬੁਲਾਇਆ ਸੀਗਾ ਆਪਣੇ ਸਮਾਗਮ ਦੇ ਵਿੱਚ, ਉਹਦਾ ਜ਼ਿਕਰ ਵੀ ਕੀਤਾ ਹੋਇਆ ਹੈਗਾ। ਸੋ ਇਸ ਤਰ੍ਹਾਂ ਮਤਲਬ ਨਾ ਇੱਕ ਉਹਨਾਂ ਪੱਤਰਕਾਰਾਂ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ, ਉਹਨਾਂ ਮੀਡੀਆ ਇਦਾਰਿਆਂ ਦਾ ਵੀ ਜ਼ਿਕਰ ਕੀਤਾ ਹੋਇਆ, ਜਿਹਦੇ ਵਿੱਚ ਸਾਫ਼ ਤੌਰ ਤੇ ਮੋਟੇ ਤੌਰ ਤੇ ਕਹਿਣਾ ਹੋਵੇ ਵੀ ਉਹ ਕਹਿੰਦੇ ਕਿ ਭਾਰਤ ਵਿੱਚ ਜਿਹੜੇ ਮੀਡੀਆ ਸੰਸਥਾਨ ਜਾਂ ਪੱਤਰਕਾਰ ਸਰਕਾਰ ਦੇ ਕੰਮਾਂ ਤੇ ਸਵਾਲ ਖੜੇ ਕਰਦੇ ਨੇ, ਸਰਕਾਰ ਉਹਨੂੰ ਅਪਰਾਧੀ ਮੰਨਦੀ ਹੈ। ਦੇਖੋ ਮੈਂ ਹੈਰਾਨ ਹੋ ਰਿਹਾ ਕਿ ਜਾ ਕਿੱਧਰ ਨੂੰ ਰਿਹਾ। ਅੱਜ ਵੀ ਮੈਂ ਦਿਖਾਇਆ ਕਿ ਬੈਠੇ ਸੀ, ਕਿਉਂਕਿ ਮੈਂ ਹਬੋਰ ਜਾ ਕੇ ਆਇਆ, ਉੱਥੇ ਮੈਂ ਦਿਖਾਇਆ ਕਿ ਲੋਕਾਂ ਨੂੰ ਆਏ ਨਹੀਂ ਸੀਗਾ ਵੀ ਕੱਟੜਪੰਥੀ ਕਿੱਥੇ ਤੱਕ ਲੈ ਕੇ ਜਾਂਦੀ ਹੈ। ਮੈਂ ਉਹਨਾਂ ਨੂੰ ਅਫਗਾਨਿਸਤਾਨ ਦੀਆਂ ਤਸਵੀਰਾਂ ਦਿਖਾਈਆਂ ਤਾਲਿਬਾਨਾਂ ਦੇ ਆਉਣ ਤੋਂ ਪਹਿਲਾਂ, ਵੀ ਕਿਵੇਂ ਸਕਰਟ ਪਹਿਨ ਕੇ ਕਿਵੇਂ ਕੁੜੀਆਂ ਕਾਲਜਾਂ ਜਾਂਦੀਆਂ, ਸਕੂਲਾਂ ਜਾਂਦੀਆਂ ਸੀ, ਕਿਵੇਂ ਉੱਥੋਂ ਦੀ ਲਾਈਫ ਸੀ, ਇਰਾਕ ਦੀ ਕੀ ਲਾਈਫ ਸੀ, ਤੇ ਜਦੋਂ ਕੱਟੜਪੰਥੀ ਆਏ ਤਾਂ ਅੱਜ ਕੀ ਹੋ ਗਿਆ। ਹੁਣ ਕੱਟੜਪੰਥੀ ਤਾਂ ਜਿੱਥੇ ਵੀ ਆਉਂਦੇ ਤੁਹਾਨੂੰ ਪਤਾ ਉਹ ਡੰਡਾ ਪਰੇਡ ਹੀ ਕਰਦੇ ਆ, ਪਿਆਰ ਨਾਲ ਤਾਂ ਕਿਸੇ ਨੂੰ ਮਨਾਉਂਦੇ ਨਹੀਂ, ਭਾਵੇਂ ਕਿਸੇ ਵੀ ਕੌਮ ਦੇ ਕੱਟੜਪੰਥੀ ਹੋਣ। ਫਿਰ ਇਹਨਾਂ ਨੂੰ ਉਹ ਕਹਿੰਦੇ ਵਾਕਿਆ ਇਹੋ ਜਿਹਾ ਸੀ, ਕਹਿੰਦੇ ਉਹ ਤਾਂ ਕਹਿੰਦੇ ਅਸੀਂ ਹੋਰ ਹੀ ਸਮਝਦੇ ਸੀ ਵੀ ਆਏ ਸੀ। ਮੈਂ ਕਿਹਾ ਆਹ ਕੁਛ ਸੀ ਤੇ ਹੋਣਾ ਤੁਹਾਡੇ ਨਾਲ ਵੀ ਆਹੀ ਕੁਛ ਹੀ ਹੈ ਜਿੱਥੇ ਕੱਟੜਪੰਥੀ ਭਾਰੂ ਹੋ ਗਏ। ਤਾਂ ਹੁਣ ਦੁਨੀਆ ਦਾ ਇਤਿਹਾਸ ਦੀ ਗੱਲ ਕਰੀਏ, ਤੁਸੀਂ ਥੋੜ੍ਹੀ ਜਿਹੀ ਨਜ਼ਰਗਿਆ ਮਾਰ ਕੇ ਦਿਖਾਓ ਕਿ ਈਰਾਨ, ਇਰਾਕ, ਅਫਗਾਨਿਸਤਾਨ ਤੇ ਹੁਣ ਅਸੀਂ ਭਾਰਤ ਨੂੰ ਉੱਧਰ ਨੂੰ ਲੈ ਕੇ ਜਾ ਰਹੇ ਹਾਂ। ਕੁਛ ਪੰਜਾਬ ਦੇ ਵਿੱਚ ਵੀ ਕੱਟੜਪੰਥੀ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਕੀ ਉਹ ਹਾਲਾਤ ਨੇ, ਦੱਸੋ। ਦੇਖੋ ਦੁਨੀਆ ਪੱਧਰ ਦੀ ਜਿਹੜੀ ਕੱਟੜਵਾਦੀਆਂ ਬਾਰੇ ਨਾ ਮੈਂ ਸ਼ਾਇਦ ਕਈ ਵਾਰ ਗੱਲ ਆਖੀ ਹੈ, ਹੁਣ ਦੁਬਾਰੇ ਵੀ ਆਖਾਂਗਾ ਕਿ ਮੁਨਸ਼ੀ ਪ੍ਰੇਮਚੰਦ ਹੋਏ ਨੇ, ਹਿੰਦੀ ਦੇ ਬਹੁਤ ਵੱਡੇ ਸਾਹਿਤਕਾਰ ਹੋਏ ਨੇ। ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਪੜ੍ਹਦੇ ਰਹੇ। ਹਾਂ ਬਿਲਕੁਲ ਜੀ, ਉਹਨਾਂ ਨੇ ਇੱਕ ਬੜੀ ਅੱਛੀ ਗੱਲ ਕਹੀ ਸੀਗੀ, ਬੜੀ ਬਾਕਮਾਲ ਗੱਲ ਹੈ ਜਿਹੜੀ ਯਾਦ ਰੱਖਣ ਵਾਲੀ ਹੈ। ਸਦਾਬਹਾਰ ਕੁਝ ਵਿਚਾਰ ਹੁੰਦੇ ਨੇ, ਉਹ ਨਾ ਹਮੇਸ਼ਾ ਸਮੇਂ ਤੇ ਸਾਨੂੰ ਯਾਦ ਰੱਖਣੇ ਚਾਹੀਦੇ ਨੇ। ਉਹ ਕਹਿੰਦੇ ਕਿ ਜਿਹੜੀਆਂ ਇਹ ਫੋਰਸਿਸ ਹੁੰਦੀਆਂ ਨੇ ਨਾ ਕੱਟੜਵਾਦੀ, ਉਹ ਕਦੇ ਵੀ ਨੰਗੇ ਰੂਪ ਚ ਨਹੀਂ ਆਉਂਦੀਆਂ, ਕਿਉਂਕਿ ਨੰਗੇ ਰੂਪ ਚ ਆਉਂਦੇ ਉਹਨੂੰ ਸੰਗ ਲੱਗਦੀ ਆ। ਉਹ ਫਿਰ ਸਭਿਅਤਾ ਦੇ, ਤਹਿਜ਼ੀਬ ਦੇ, ਧਰਮ ਦੇ, ਲਿਆਕਤ ਦੇ ਕੱਪੜੇ ਪਹਿਨ ਕੇ ਆਉਂਦੀਆਂ ਨੇ। ਆਹ ਵੀ ਜਦੋਂ ਆਪਣੀ ਕੱਟੜਤਾ ਥੋਪਦੇ ਨੇ, ਤੁਸੀਂ ਦੇਖਿਆ ਨੀ ਵੀ ਕੁੜੀਆਂ ਨੂੰ ਕਿੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਨੇ ਸਾਨੂੰ, ਜਾਂ ਫਿਰ ਪੰਜਾਬ ਚ ਕਦੇ ਉਹ ਦੌਰ ਸੀ ਵੀ ਕੁੜੀਆਂ ਨੂੰ ਜੀ ਖੱਟੀਆਂ ਚੁੰਨੀਆਂ ਲੈਣੀਆਂ ਚਾਹੀਦੀਆਂ, ਕੁੜੀਆਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ, ਤੇ ਵੀ ਦੇਖੋ ਜੀ ਇਸ ਤਰ੍ਹਾਂ ਦੇ ਵਿਆਹ ਹੋਣੇ ਚਾਹੀਦੇ, ਐਂ ਜਾਬਤੇ ਲਾਗੂ ਕਰਦੇ ਹੈਗੇ ਨੇ। ਪਰ ਉਹ ਜਾਬਤੇ ਨੇ, ਜਿਹੜੇ ਜਾਬਤਾ ਤਾਂ ਹੁੰਦਾ ਨਾ ਜਿਹੜਾ ਬੰਦਾ ਖੁਦ ਲਾਗੂ ਕਰੇ ਆਪਣੇ ਆਪ ਦੇ ਉੱਤੇ, ਪਰ ਜਦੋਂ ਤੁਸੀਂ ਧੱਕੇ ਨਾਲ ਜਾਬਤਾ ਲਾਗੂ ਕਰਾਉਣੇ, ਉਹਦਾ ਮਤਲਬ ਹੁੰਦਾ ਕਿ ਤੁਸੀਂ ਬੰਦੇ ਦੀ ਟੋਟਲੀ ਜਿਹੜੀ ਸ਼ਖਸੀ ਆਜ਼ਾਦੀ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਹੋ। ਸੋ ਤੁਸੀਂ ਵੀ ਵਿਚਾਰ ਦੇ ਸਕਦੇ ਹੋ ਜੀ ਆਪਣੇ 92 164 10 666 98 149 10 666 ਦੇ ਉੱਤੇ ਤੁਹਾਡੇ। ਮੈਂ ਬਿਜਲੀ ਤੁਹਾਨੂੰ ਰੋਕਦਾ ਹੋਇਆ ਇੱਕ ਖਬਰ ਸਾਂਝੀ ਕਰਨ ਲੱਗਾ। ਇੱਕ ਖਬਰ ਇੱਕਦਮ ਸਾਡੇ ਕੋਲ ਆ ਰਹੀ ਹੈ ਬੜੀ ਦੁੱਖ ਵਾਲੀ। ਪੰਜਾਬੀ ਦੇ ਜਿਹੜੇ ਹੈਗੇ ਆ ਪੰਜਾਬ ਦੇ ਦਿਲਾਂ ਦੀ ਧੜਕਨ ਲਹਿੰਦੇ ਪੰਜਾਬ ਦੇ ਵਿੱਚੋਂ ਸ਼ੌਕਤ ਅਲੀ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਬਹੁਤ ਅਫਸੋਸ ਵਾਲੀ ਖਬਰ ਹੈ ਜੀ, ਤੇ ਕਿਉਂਕਿ ਪੰਜਾਬੀ ਨੂੰ ਤਾਂ ਕਹਿੰਦੇ ਚੰਗੇ ਤਾਂ ਆਪਣੇ ਵੈਸੇ ਹੀ ਬੜੇ ਜਿਹੜੇ ਸੰਜੀਦਾ ਸਾਡੇ ਗਾਇਕ, ਲੇਖਕ, ਬਹੁਤ ਵੱਡੀ ਕਮੀ ਜਿਹੜੀ ਹੈ ਸਾਨੂੰ ਪੈਦਾ ਹੁੰਦੀ ਜਾ ਰਹੀ ਹੈ। ਤੇ ਇਹ ਵੀ ਹੈ ਕਿ ਆਉਂਦੀ ਪੀੜ੍ਹੀ ਜਿਹੜੀ ਸਾਡੀ ਹੈਗੀ ਹੈ ਉਹ ਕੀ ਲਿਖੇਗੀ। ਸੋ ਅਸੀਂ ਸ਼ੌਕਤ ਅਲੀ ਸਾਹਿਬ ਨੂੰ ਸਿਜਦਾ ਕਰਦੇ ਹਾਂ ਜੀ, ਉਹਨਾਂ ਨੂੰ ਉਹਨਾਂ ਦੀ ਆਤਮਾ ਦੇ ਲਈ, ਉਹਨਾਂ ਦੀ ਸ਼ਾਂਤੀ ਦੇ ਲਈ ਅਰਦਾਸ ਕਰਦੇ ਹਾਂ ਜੀ। ਤੇ ਹੁਣ ਆਪਾਂ ਚੱਲੀਏ ਜੀ, ਮਸਲੇ ਕਈ ਵਾਰੀ ਗੱਲ ਇੱਕ ਅਨਾਰ 100 ਬਿਮਾਰ। ਸਹੀ। ਹੁਣ ਪਾਕਿਸਤਾਨ ਤੇ ਭਾਰਤ ਦੀ ਇੱਕ ਅਨਾਰ ਹੈ, ਉਹ ਹੈ ਕਸ਼ਮੀਰ। ਸਹੀ, ਠੀਕ ਹੈ ਜੀ। ਹੁਣ ਇਹ ਮੁੱਦਾ ਪਹਿਲਾਂ ਸੀ 3 ਧਾਰਾ ਫਲਾਨੀ ਹਟਾਵਾਂਗੇ, ਉਹ ਹਟਾਤੀ, ਹਮਨੇ ਹਟਾ ਦੀ। ਪਾਕਿਸਤਾਨ ਕਹਿੰਦਾ ਕਿ ਸਾਡੇ ਲਈ ਵੀ ਅਹਿਮ ਮੁੱਦਾ ਹੈ, ਉੱਥੋਂ ਦੇ ਨੇਤਾ ਭਾਵੇਂ ਕਿਹੜੇ ਪੋਲੀਟੀਕਲ ਪਾਰਟੀ ਦੇ ਹੋਣ। ਕਸ਼ਮੀਰੀਆਂ ਨੂੰ ਵਿਚਾਰਿਆਂ ਨੂੰ ਕੋਈ ਪੁੱਛਦਾ ਨਹੀਂ, ਜਿਨ੍ਹਾਂ ਦਾ ਸੂਬਾ ਹੈ। ਬਿਲਕੁਲ ਜੀ।
ਅੱਜ ਨਾ ਅਸਲ 'ਚ ਮੈਂ ਇੱਕ ਇੰਟਰਵਿਊ ਕੀਤੀ ਸੀ ਆਪਣੇ ਪਾਕਿਸਤਾਨੀ ਮਿੱਤਰ ਦੀ, ਤੇ ਉਹ ਇੰਟਰਵਿਊ ਤੋਂ ਅੱਧਾ ਘੰਟਾ ਲੇਟ ਹੋਇਆ ਮੈਨੂੰ। ਮੈਂ ਕਿਹਾ ਵੀ ਤੂੰ ਲੇਟ ਕਦੋਂ ਹੋ ਗਿਆ? ਕਹਿੰਦਾ ਅੱਜ ਦੀ ਡਾਨ ਅਖਬਾਰ ਦਾ ਫਰੰਟ ਪੇਜ ਪੜ੍ਹ ਲਾ। ਮੈਂ ਕਿਹਾ ਵੀ ਚਲੋ ਮੈਂ ਦੇਖ ਲੈਣਾ ਕੀ ਐਡੀ ਕਿਹੜੀ ਖਬਰ ਆ। ਉਹ ਖਬਰ ਜਿਹੜੀ ਇਹੀ ਸੀ, ਜਿਹੜੀ ਮੈਂ ਉਹਨੂੰ ਕਿਹਾ ਵੀ ਆਹੀ ਖਬਰ ਆ ਨਾ ਜਿਹਦੇ ਕਰਕੇ ਤੂੰ ਪਰੇਸ਼ਾਨ ਆ? ਹਾਂ ਇਹੀ ਖਬਰ ਹੈ। ਮੈਂ ਕਿਹਾ ਕੋਈ ਨਾ, ਪਰੇਸ਼ਾਨ ਨਾ ਹੋ, ਸਾਡੇ ਪਾਸੇ ਵੀ ਇਹੀ ਹਾਲ ਹੈ। ਉਹ ਖਬਰ ਕੀ ਸੀਗੀ ਕਿ ਪਾਕਿਸਤਾਨ ਦੀ ਕੈਬਨਿਟ ਨੇ ਕਿਹਾ ਕਿ ਜਿੰਨਾ ਚਿਰ ਕਸ਼ਮੀਰ ਦਾ ਜਿਹੜਾ ਮਸਲਾ ਨਾ, ਉਸ ਮਸਲੇ ਦੇ ਉੱਪਰ ਭਾਰਤ ਜਿਹੜਾ ਹੈਗਾ ਵਾ ਗੱਲ ਨਹੀਂ ਕਰੂਗਾ। ਉਹ ਕਸ਼ਮੀਰ ਮਸਲੇ ਉੱਤੇ ਦੀ ਸਥਿਤੀ ਪਹਿਲਾਂ ਵਾਲੀ ਬਹਾਲ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅਸੀਂ ਜਿਹੜਾ ਗੱਲਬਾਤ ਨਹੀਂ ਕਰਾਂਗੇ। ਇੱਧਰ ਜਿਹੜਾ ਭਾਰਤ ਕਹਿੰਦਾ ਹੁੰਦਾ ਹੈ ਕਿ ਜਦੋਂ ਤੱਕ ਕਸ਼ਮੀਰ ਦੇ ਮਸਲੇ ਉੱਤੇ ਪਾਕਿਸਤਾਨ ਸਹੀ ਸਟੈਂਡ ਨਹੀਂ ਲੈਂਦਾ ਅਸੀਂ ਗੱਲ ਨਹੀਂ ਕਰਾਂਗੇ। ਹੁਣ ਭਾਈ ਦੋਵਾਂ ਮੁਲਕਾਂ ਦੀ ਵਿੱਚ ਵੈਸੇ ਇਹ ਹੈ ਕਿ ਇਹ ਚਾਹੁੰਦੇ ਨਹੀਂ ਹੈਗੇ ਕਿ ਗੱਲਬਾਤ ਦਾ ਅਮਲ ਜਿਹੜਾ ਜਾਰੀ ਹੋਵੇ, ਕਿਉਂਕਿ ਕਸ਼ਮੀਰ ਇਹਨਾਂ ਦੇ ਲਈ ਇੱਕ ਵੱਡਾ ਮੁੱਦਾ ਇਹਨਾਂ ਨੇ ਬਣਾਇਆ ਹੋਇਆ। ਹਾਲਾਂਕਿ ਮੁੱਦਾ ਵੱਡਾ, ਪਰ ਉਹ ਵੱਡੇ ਮੁੱਦੇ ਵਿੱਚ ਨਾ ਕਸ਼ਮੀਰੀਆਂ ਦੀਆਂ ਭਾਵਨਾਵਾਂ ਦੋਹੇ ਪਾਸੇ ਦੀਆਂ ਸਰਕਾਰਾਂ, ਚਾਹੇ ਉਹ ਪਾਕਿਸਤਾਨ ਦੀ ਹੈ ਚਾਹੇ ਉਹ ਹੈਗੀ ਹੈ ਭਾਰਤ ਦੀ ਸਰਕਾਰ, ਉਹ ਦੋਵੇਂ ਸਰਕਾਰਾਂ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਮਸਲ ਕੇ ਪੈਰਾਂ ਥੱਲੇ ਹੈ ਉੱਥੇ ਆਪਣੀਆਂ ਚਾਮਦੀਆਂ ਚਲਾਉਂਦੇ। ਕਸ਼ਮੀਰੀ ਤਾਂ ਕੁਝ ਹੋਰ ਕਹਿੰਦੇ ਨੇ, ਉਹ ਕਹਿੰਦੇ ਸਾਨੂੰ ਭਾਈ ਤੁਸੀਂ ਦੋਹੇ ਹੀ ਨਹੀਂ ਚਾਹੀਦੇ, ਫਿੱਟੇ ਮੂੰਹ ਤੁਹਾਡੇ ਦੋਹਾਂ ਦੇ। ਸਾਨੂੰ ਤਾਂ ਜਿਹੜਾ ਕਹਿੰਦਾ ਆਪਣਾ ਜਿਹੜਾ ਕਸ਼ਮੀਰ ਚਾਹੀਦਾ, ਅਸੀਂ ਆਪਣੀ ਤਰ੍ਹਾਂ ਨਾਲ ਰਹਿਣਾ ਚਾਹੁੰਦੇ ਹਾਂ। ਤੇ ਉਹ ਇਹ ਵੀ ਚਾਹੁੰਦੇ ਨੇ ਕਿ ਜਿਹੜੇ ਹੁਣ ਪਾਕਿਸਤਾਨ ਵਾਲੇ ਕਬਜ਼ੇ ਦੇ ਵਿਚਲਾ ਕਸ਼ਮੀਰ ਹੈ ਤੇ ਉਹ ਕਸ਼ਮੀਰ ਦੀ ਹਾਲਤ ਵੀ ਬਹੁਤ ਬੁਰੀ ਹੈ, ਉਹਦੀ ਵੀ ਹਾਲਤ ਕੋਈ ਚੰਗੀ ਨਹੀਂ। ਉੱਥੇ ਦਾ ਭਾਸ਼ਾ ਸੱਭਿਆਚਾਰ ਨੂੰ ਖਤਰਾ, ਤੇ ਸਾਡੇ ਵਾਲਾ ਜਿਹੜਾ ਕਸ਼ਮੀਰ ਹੈ ਉਹ ਅਸੀਂ ਬੰਦੂਕ ਦੇ ਦਮ ਉੱਤੇ ਜਿਹੜਾ ਹੈਗਾ ਨੱਪਿਆ ਹੋਇਆ ਹੈ। ਕਸ਼ਮੀਰੀਆਂ ਦੀਆਂ ਲਾਸ਼ਾਂ, ਉਹਨਾਂ ਨੂੰ ਜਿਹੜੀ ਮਾੜੀ ਮੋਟੀ ਸਹੂਲਤ ਦਿੱਤੀ ਹੋਈ ਸੀ 35A ਤੇ ਧਾਰਾ 370 ਦੇ ਤਹਿਤ ਉਹ ਅਸੀਂ ਖੋਹ ਲਈ ਹੈ। ਹੁਣ ਤਾਂ ਮਤਲਬ ਕਸ਼ਮੀਰੀਆਂ ਦੇ ਬਾਰੇ ਜਿਹੜਾ ਸਾਡਾ ਜਿਹੜਾ ਇੱਕ ਪ੍ਰਚਾਰ ਹੀ ਇੱਕ ਵੱਖਰੇ ਢੰਗ ਦਾ ਹੋ ਗਿਆ। ਸੋ ਇਸ ਕਰਕੇ ਇਹਨਾਂ ਦੀ ਆਪਣੀ ਲੜਾਈ ਵਿੱਚ, ਦੋਵੇਂ ਹਕੂਮਤਾਂ ਦੀ ਆਪਣੀ ਲੜਾਈ ਵਿੱਚ ਦੋ ਤਰ੍ਹਾਂ ਦੇ ਨੁਕਸਾਨ ਨੇ। ਇੱਕ ਤਾਂ ਨੁਕਸਾਨ ਹੈਗਾ ਕਸ਼ਮੀਰੀਆਂ ਦਾ, ਜਿਹੜੇ ਵਿਚਾਰੇ ਦੋਹੇ ਪਾਸਿਓਂ ਕੁੱਟ ਖਾ ਰਹੇ ਹੈਗੇ ਨੇ, ਤੇ ਤੀਜੇ ਪਾਸਿਓਂ ਵੀ ਕੁੱਟ ਖਾ ਰਹੇ ਨੇ ਉਹ ਜਿਹੜੇ ਅੱਤਵਾਦੀ ਨੇ। ਉਹ ਅੱਤਵਾਦੀ ਜਿਹੜੇ ਲਿਬਰਲ ਕਿਸਮ ਦੇ ਕਸ਼ਮੀਰੀ ਆ ਉਹਨਾਂ ਨੂੰ ਮਾਰ ਰਹੇ ਨੇ, ਤੇ ਇੱਧਰ ਜਿਹੜੇ ਹੈਗੇ ਆਮ ਲੋਕ ਉਹਨਾਂ ਨੂੰ ਭਾਰਤੀ ਹਕੂਮਤ ਫੌਜ ਰਾਹੀਂ ਡਰਾ ਕੇ ਮਾਰ ਰਹੀ ਹੈ। ਤੇ ਦੂਜੇ ਬੰਨੇ ਜਿਹੜਾ ਪਾਕਿਸਤਾਨ ਆ ਉਹ ਆਪਣੇ ਜਿਹੜਾ ਹੈਗਾ ਉਹਨਾਂ ਅੱਤਵਾਦੀਆਂ ਨੂੰ ਸ਼ਹਿ ਦੇ ਕੇ ਜਿਹੜਾ ਹੈਗਾ ਉੱਥੇ ਕਸ਼ਮੀਰ ਦਾ ਮਾਹੌਲ ਖਰਾਬ ਕਰ ਰਿਹਾ। ਇਸ ਲਈ ਉਹ ਤਿੰਨ ਪਾਸਿਓਂ ਪਿਸ ਰਹੇ ਨੇ। ਹੁਣ ਦੂਜੇ ਪਾਸਿਓਂ ਪਿਸ ਰਹੇ ਨੇ ਭਾਰਤ ਤੇ ਪਾਕਿਸਤਾਨ ਦੀ ਆਵਾਮ। ਉਹ ਚਾਹੁੰਦੀ ਹੈ ਦੋਸਤੀ ਰੱਖਣਾ, ਉਹ ਚਾਹੁੰਦੀ ਹੈ ਕਿ ਅਸੀਂ ਆਪਣੇ ਜਿਹੜੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਈਏ ਤੇ ਅਸੀਂ ਜਿਹੜਾ ਹੈਗਾ ਇਕੱਠੇ ਉਸੇ ਤਰ੍ਹਾਂ ਜੁੜੀਏ। ਉਹ ਕਹਿੰਦੇ ਸਾਡੀ ਆਪਣੀ ਤਾਂ ਕੋਈ ਲੜਾਈ ਨਹੀਂ ਹੈਗੀ, ਲੜਾਈ ਸਾਡੇ ਲੀਡਰਾਂ ਦੀ ਹੈ। ਪਰ ਲੀਡਰ ਚਾਹੁੰਦੇ ਨੇ ਕਿ ਜੇ ਇਹ ਦੋਵੇਂ ਮੁਲਕਾਂ ਦੀ ਆਵਾਮ ਆਪਸ ਵਿੱਚ ਮਿਲ ਗਈ ਫਿਰ ਮਤਲਬ ਸਾਡਾ ਤੋਰੀ ਫੁਲਕਾ ਕਿਵੇਂ ਚੱਲੂਗਾ। ਇਹ ਰੌਲੇ ਤਾਂ ਤੋਰੀ ਫੁਲਕੇ ਦੇ, ਭਾਵੇਂ ਉਹ ਕਿਸਾਨੀ ਮਸਲਾ ਤੇ ਭਾਵੇਂ ਕੋਈ ਵੀ ਮਸਲਾ ਹੈ। ਹੁਣ ਆਪਾਂ ਗੁਜਰਾਤ ਵੱਲ ਨੂੰ ਥੋੜਾ ਜਿਹਾ ਚੱਲੀਏ ਜੀ। ਤੁਹਾਨੂੰ ਪਤਾ ਕਿ ਧਰਮ ਤਬਦੀਲੀ ਸਾਨੂੰ ਸੰਵਿਧਾਨਕ ਹੱਕ ਸੀ, ਪਰ ਕਹਿੰਦੇ ਸੰਵਿਧਾਨਕ ਹੱਕ ਅਗਾਹੇ ਬਗਾਹੇ ਬਹਾਨਿਆਂ ਦੇ ਨਾਲ ਪਹਿਲਾਂ ਯੂਪੀ 'ਚ ਖੋਲਿਆ, ਹੁਣ ਗੁਜਰਾਤ 'ਚ ਖੋਲਿਆ। ਹਾਂ, ਗੁਜਰਾਤ ਦੇ ਵਿੱਚ ਤਾਂ ਵੈਸੇ ਨਾ ਇਹ ਜਿਹੜੀ ਧਾਰਮਿਕ ਹੱਕ ਖੋਣ ਵਾਲੀ ਗੱਲ ਜਾਂ ਇਹਨੂੰ ਕਹਿ ਲਈਏ ਵੀ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਹੈ, ਇਹ ਪਹਿਲਾਂ ਤੋਂ ਹੀ ਮੋਦੀ ਜਦੋਂ ਸੀਗਾ ਮੁੱਖ ਮੰਤਰੀ ਉਦੋਂ ਤਾਂ ਇਹਨੇ ਬਣਾਇਆ ਹੋਇਆ ਸੀਗਾ। ਪਰ ਇਹਦੇ ਵਿੱਚ ਤਬਦੀਲੀ ਇਹ ਕਰਤੀ ਇਹਨਾਂ ਨੇ ਕਿ ਉੱਥੇ ਜਿਹੜਾ ਕੋਈ ਧਰਮ ਪਰਿਵਰਤਨ ਕਰੂਗਾ ਜੀ ਉਸ ਨੂੰ ਜਿਹੜਾ ਹੈਗਾ ਸਜ਼ਾ ਤਕੜੀ ਕਰ ਦਿੱਤੀ ਹੈ ਇਹਨਾਂ ਨੇ। ਸਜ਼ਾ ਸਪੈਸ਼ਲ ਸਜ਼ਾ ਰੱਖਤੀ 10 ਸਾਲ ਦੀ ਸਜ਼ਾ ਵੀ। ਹੁਣ ਦੇਖੋ ਇਹ ਬਹਾਨਾ ਕਹਿੰਦੇ ਲੈਂਦੇ ਨੇ ਵੀ ਜਬਰੀ ਧਰਮ ਪਰਿਵਰਤਨ। ਪਹਿਲੀ ਗੱਲ ਤਾਂ ਵੀ ਜਬਰੀ ਧਰਮ ਪਰਿਵਰਤਨ ਦੇ ਵਿੱਚ ਵੀ ਦੋ ਤਰ੍ਹਾਂ ਦੇ ਕੇਸ ਹੈ। ਇਹ ਮੁਸਲਮਾਨ ਜਬਰੀ ਧਰਮ ਪਰਿਵਰਤਨ ਕਿਵੇਂ ਕਰਨਗੇ? ਉਹ ਤਾਂ ਮਾਈਨੋਰਿਟੀ ਵਿੱਚ ਨੇ, ਮਾਈਨੋਰਿਟੀ ਵਾਲਾ ਤਾਂ ਉਹੀ ਡਰਦਾ ਹੁੰਦਾ। ਨੰਬਰ ਇੱਕ ਕੇਸ ਹੋਰ ਸਾਹਮਣੇ ਆਇਆ ਯੂਪੀ ਦੇ ਵਿੱਚ ਹਾਲੇ ਕੁਝ ਮਹੀਨੇ ਪਹਿਲਾਂ ਹੀ ਇੱਕ ਮੁਸਲਮਾਨ ਕੁੜੀ ਨੂੰ ਜ਼ਬਰਦਸਤੀ ਹਿੰਦੂ ਬਣਾਇਆ ਗਿਆ। ਮਾਫ ਕਰਨਾ, ਮੁਸਲਮਾਨ ਮੁੰਡੇ ਨੂੰ ਜ਼ਬਰਦਸਤੀ ਹਿੰਦੂ ਬਣਾਇਆ ਗਿਆ ਜੀ। ਉਦੋਂ ਕੋਈ ਕੇਸ ਨਹੀਂ ਲਾਗੂ ਹੋਇਆ, ਉਦੋਂ ਨਹੀਂ ਹੋਇਆ। ਹਾਲਾਂਕਿ ਉੱਥੇ ਹਿੰਦੂ ਬਣ ਗਿਆ ਨਾ ਤਾਂ ਕਰਕੇ। ਤੇ ਜੇ ਉਲਟਾ ਕੰਮ ਹੋ ਜਾਂਦਾ ਤਾਂ ਅੱਗ ਲੱਗ ਜਾਣੀ ਸੀ, ਬਥੇਰਾ ਕੁਝ ਹੋ ਜਾਣਾ ਸੀ। ਅਸਲ ਵਿੱਚ ਇਹ ਕਾਨੂੰਨ ਪਤਾ ਕਿਸ ਲਈ ਲਿਆਂਦੇ ਜਾ ਰਹੇ ਨੇ? ਮੰਨ ਲਓ ਕਿ ਜਿਹੜਾ ਕੋਈ ਬੰਦਾ ਆਪਣੀ ਸਵੈ ਇੱਛਾ ਨਾਲ ਧਰਮ ਬਦਲਦਾ, ਕਿਉਂਕਿ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਆਪਣੀ ਇੱਛਾ ਦੇ ਮੁਤਾਬਕ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਕਿਸੇ ਵੀ ਧਰਮ ਨੂੰ ਛੱਡਣ ਦਾ ਸਾਨੂੰ ਅਧਿਕਾਰ ਹੈਗਾ। ਇਹ ਸਿਰਫ ਮੈਂ ਵੀ ਦੱਸਦੇ ਚੱਲਾਂ, ਇਹ ਸਿਰਫ ਧਰਮ ਨੂੰ ਅਪਣਾਉਣ ਦਾ ਅਧਿਕਾਰ ਨਹੀਂ, ਬਲਕਿ ਜੇਕਰ ਇਹਦੇ ਤੇ ਕੋਈ ਨਾ ਰੋਕ ਲਾਉਂਦਾ ਵਾ ਉਹ ਤੁਹਾਡੀਆਂ ਸੋਚਾਂ ਨੂੰ ਰੋਕ ਲਾਉਂਦਾ। ਸੋਚਾਂ ਨੂੰ ਕਿਵੇਂ?
ਇਨਸਾਨ ਇੱਕ ਸੁਤੰਤਰ ਪ੍ਰਾਣੀ ਹੈ, ਉਹ ਆਪਣੇ ਤੌਰ ਤੇ ਸੋਚਦਾ ਕਿ ਮੈਂ ਕਿਹੜੀ ਵਿਚਾਰਧਾਰਾ ਰੱਖਣੀ ਆ, ਕਿਉਂਕਿ ਧਰਮ ਵੀ ਇੱਕ ਵਿਚਾਰਧਾਰਾ। ਮੰਨ ਲਓ ਕਿ ਅੱਜ ਮੈਂ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ, ਮੈਨੂੰ ਕੋਈ ਹੋਰ ਫਲਸਫਾ ਚੰਗਾ ਲੱਗਦਾ, ਮੈਂ ਕਿਉਂ ਨਾ ਅਪਣਾਵਾਂ। ਕੋਈ ਗੋਰਾ ਵਾ, ਅਸੀਂ ਖੁਸ਼ ਹੁੰਦੇ ਆ ਵੀ ਗੋਰਿਆਂ ਨੇ ਜਿਹੜਾ ਸਿੱਖ ਧਰਮ ਅਪਣਾ ਲਿਆ। ਧਰਮ ਜਾਂ ਪੰਜਾਬੀ ਬੋਲਦਾ ਬੜੇ ਖੁਸ਼ ਹੁੰਦੇ ਆ ਜਦੋਂ ਸਾਡੇ ਗੈਰ ਸਿੱਖ ਗੈਰ ਪੰਜਾਬੀ ਜਦੋਂ ਸਾਡੀ ਗੱਲ ਕਰਦਾ ਬੜੇ ਖੁਸ਼ ਹੁੰਦੇ। ਜੇ ਕੋਈ ਸਾਡਾ ਕੋਈ ਤਿਲਕ ਲਾ ਲੇ ਕਿਸੇ ਮੰਦਿਰ ਜਾਵੇ ਉਹਦੀ ਧੀ ਭੈਣੇ ਕਰ ਦਿੰਦੇ ਆਪਾਂ। ਬਿਲਕੁਲ ਇਹੀ ਚੀਜ਼ ਇਹਨਾਂ ਦੀ ਆ, ਇਹ ਸੰਘੀਆਂ ਦੀ ਹੈ ਕਿ ਜੇ ਤਾਂ ਮਤਲਬ ਕੋਈ ਹਿੰਦੂ ਧਰਮ ਅਡਾਪਟ ਕਰ ਗਿਆ ਤਾਂ ਦੇਖੋ ਜੀ ਰਾਮ ਤਾਂ ਜੀ ਸਾਰੀ ਦੁਨੀਆ ਦੇ ਵਿੱਚ ਪੂਜਨ ਯੋਗ ਆ। ਦੇਖੋ ਜੀ ਕਿੰਨੀ ਚੜ੍ਹਾਈ ਹੈ। ਏਦਾਂ ਦੇਖੋ ਹਿੰਦੂ ਧਰਮ ਤਾਂ ਬਹੁਤ ਵੱਡਾ ਧਰਮ ਹੈ, ਇਹ ਤਾਂ ਜੀ ਵਿਸ਼ਾਲ ਹੋ ਗਿਆ। ਅੱਛਾ ਜੇਕਰ ਕੋਈ ਹਿੰਦੂਆਂ ਦੀ ਕੁੜੀ ਧਰਮ ਨਹੀਂ ਪਰਿਵਰਤਨ ਕਰਦੀ, ਸਿਰਫ ਮੁਸਲਮਾਨਾਂ ਦੇ ਮੁੰਡੇ ਨਾਲ ਵਿਆਹ ਕਰ ਲੈਂਦੀ ਹੈ, ਤੇ ਮੁਸਲਮਾਨ ਵੀ ਇੰਨੇ ਲਿਬਰਲ ਨੇ ਵੀ ਕੋਈ ਗੱਲ ਨਹੀਂ ਕੁੜੀਏ ਤੂੰ ਮਤਲਬ ਆਪਣਾ ਧਰਮ ਚ ਰਹਿ, ਤੂੰ ਉਰੇ ਆ ਗਈ ਕੋਈ ਗੱਲ ਨਹੀਂ, ਤਾਂ ਵੀ ਸੱਤੀ ਪੈਰੀ ਸੱਤੀ ਕੱਪੜੇ ਅੱਗ ਲੱਗ ਜਾਂਦੀ ਹੈ। ਕਿਉਂਕਿ ਵੀ ਦੇਖੋ ਇਹ ਮੁਸਲਮਾਨਾਂ ਦੇ ਘਰੇ ਕਿਵੇਂ ਚਲੇਗੀ, ਇਹਦੇ ਹੁਣ ਨਿਆਣੇ ਜੰਮਣਗੇ ਉਹ ਮੁਸਲਮਾਨ ਹੋਣਗੇ। ਤੇ ਆ ਮਤਲਬ ਮਾਨਸਿਕਤਾ, ਇਹ ਮਾਨਸਿਕਤਾ ਦਾ ਮੁਜ਼ਾਹਰਾ ਬੀਜੇਪੀ ਕਰ ਰਹੀ ਆ। ਅਸੀਂ ਅੱਜ 21ਵੀਂ ਸਦੀ ਵਿੱਚ ਜਿੱਥੇ ਵੈਸੇ ਗੱਲ ਕਰੀਏ ਮਾਨਸਿਕਤਾ, ਜੇ ਆਪਾਂ ਗੱਲ ਕਰੀਏ ਤਾਂ ਸਾਡੇ ਸਿੱਖ ਧਰਮ ਦੇ ਵਿੱਚ ਵੀ ਤੁਸੀਂ ਲੈ ਲਓ ਗੁਰੂ ਮਹਾਰਾਜ ਨੇ ਜਿਹੜੀਆਂ ਲੀਕਾਂ ਮਟਾਈਆਂ ਸੀ, ਅੰਮ੍ਰਿਤ ਛਕ ਕੇ ਜਾਤ ਪਾਤ ਖਤਮ ਕੀਤੀ ਸੀ। ਪਰ ਇੱਥੇ ਵੀ ਸਾਡੇ ਬਹੁਤ, ਜੇ ਕੋਈ ਨੀਵੀਂ ਜਾਤ ਜਿਹਨੂੰ ਆਪਾਂ ਸੋ ਕਾਲਡ ਨੀਵੀਂ ਜਾਤ ਕਹਿੰਦੇ ਆ ਸਮਾਜ ਦੇ ਵਿੱਚ, ਜੇ ਕੋਈ ਇੰਟਰਕਾਸਟ ਇੰਟਰ ਰਿਲੀਜਨ ਮੈਰਿਜ ਕਰਾ ਲੇ ਜਾਂ ਹੋਰ ਕਰਾ ਲੇ, ਅੱਗ ਲੱਗ ਜਾਂਦੀ ਆ, ਬੜਾ ਕੁਛ ਹੋ ਜਾਂਦਾ। ਬਹੁਤ ਕੁਛ ਪੰਜਾਬ 'ਚ ਵੀ ਹੁੰਦਾ। ਤੁਸੀਂ ਦੇਖੋ ਕੁੜੀ ਜੱਸੀ ਨੂੰ 20 ਸਾਲ ਹੋ ਗਏ, ਉਹ ਜਗਰਾਉਂ ਕੇਸ ਹੋਏ ਨੂੰ, ਠੀਕ ਹੈ ਜੀ, ਬਾਹਰ ਬੈਠੇ ਵੀ ਨਹੀਂ ਅਸੀਂ ਬਰਦਾਸ਼ਤ ਕਰਦੇ ਹੈ ਜੀ। ਜੇ ਇਹ ਗੱਲਾਂ ਨੇ ਕਿਉਂਕਿ ਜਾਂ ਤਾਂ ਅਸੀਂ ਉਸ ਚੀਜ਼ ਨੂੰ ਅਡੋਪਟ ਨਹੀਂ ਕਰ ਪਏ। ਅਸੀਂ ਤਾਂ ਸ਼ਮਸ਼ਾਨ ਘਾਟ ਵੀ 2-2 ਰੱਖੇ ਹੋਏ ਨੇ। ਗੁਰਦੁਆਰੇ ਤਾਂ ਦੂਰ ਦੀ ਗੱਲ ਕਰੋ, ਜਿੱਥੇ ਅਸੀਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾਣਾ ਉੱਥੇ ਵੀ ਅਸੀਂ 2-2 ਵੰਡੀਆਂ ਪਾਉਣੇ ਆ ਗੱਲਾਂ ਅਸੀਂ ਜੀ। ਸਭ ਤੋਂ ਜ਼ਿਆਦਾ ਨਾ ਜਿਹੜੇ ਸਿੱਖੀ ਦੀ ਕੱਟੜਤਾ ਦੀ ਗੱਲ ਕਰਦੇ ਜੀ, ਅਸੀਂ ਕੱਟੜ ਸਿੱਖਾਂ ਅਸੀਂ ਵੱਢ ਦਿਆਂਗੇ ਐ ਹੋ ਜੋ, ਉਹੀ ਉਹਨਾਂ ਵਿੱਚੋਂ ਹੀ ਜਾਤ ਪਾਤ ਨਹੀਂ ਗਿਆ। ਜੇਕਰ ਗੁਰੂ ਸਾਹਿਬ ਦੀ ਸਿੱਖੀ ਦੇਖਣੀ ਹੈ ਨਾ, ਬਹੁਤ ਘੱਟ ਇਤਿਹਾਸਕਾਰਾਂ ਨੂੰ ਸ਼ਾਇਦ ਨੇ ਇਹ ਗੱਲ ਦੱਸੀ ਹੋਣੀ ਆ, ਜਾਂ ਬਹੁਤ ਘੱਟ ਸਾਨੂੰ ਮਿਲਦੀ ਹੈ, ਕਿਉਂਕਿ ਅਸਲੀ ਇਤਿਹਾਸ ਲੁਕੋਇਆ ਜਾ ਰਿਹਾ। ਗੁਰੂ ਅਮਰਦਾਸ ਜੀ ਨੇ ਇੱਕ ਇਨੀਸ਼ੀਏਟਿਵ ਲਿਆ ਸੀਗਾ, ਉਹ ਇਨੀਸ਼ੀਏਟਿਵ ਇਹ ਲਿਆ ਸੀਗਾ ਇੰਟਰ ਕਾਸਟ ਮੈਰਿਜ ਕਰਾਉਣ ਦਾ। ਉਹ ਮਤਲਬ ਬਹੁਤ ਘੱਟ ਜ਼ਿਕਰ ਆਉਂਦਾ ਹੈਗਾ ਉਸ ਚੀਜ਼ ਦਾ। ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਇਹਦੇ ਐਫਰਟ ਕੀਤੇ ਸੀ। ਅੱਗੇ ਜਾ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਣਾ, ਉਹ ਪੰਜ ਪਿਆਰੇ ਵੀ ਵੱਖ-ਵੱਖ ਜਾਤਾਂ ਵਿੱਚੋਂ ਲੈਣੇ, ਉਹ ਸਾਰੀ ਉਹੀ ਚੀਜ਼ ਸੀਗੀ ਕਿ ਹਾਲਾਂਕਿ ਉਹ ਬਹੁਤਾ ਚੱਲਿਆ ਨਹੀਂ, ਕਿਉਂਕਿ ਗੁਰੂ ਸਾਹਿਬ ਦੀ ਡੈਥ ਤੋਂ ਕੁਝ ਸਾਲ ਬਾਅਦ ਹੀ ਉਹ ਚੀਜ਼ਾਂ ਫਿਰ ਸ਼ੁਰੂ ਹੋ ਗਈਆਂ, ਕਿਉਂਕਿ ਜਿਹੜੇ ਗਾਂ ਜਿਹਨਾਂ ਕੋਲ ਗਿਆ ਉਹਨਾਂ ਨੇ ਉਹੀ ਕੰਮ ਚਾਲੂ ਰੱਖਿਆ। ਉਹਦਾ ਕਾਰਨ ਹੀ ਹੈਗਾ ਕਿ ਜਿਹੜੀ ਜਾਤ ਦੀ ਜਿੱਲਣ ਹੈ ਨਾ, ਉਹ ਅੰਦਰੋਂ ਨਿਕਲਣੀ ਬੜੀ ਮੁਸ਼ਕਿਲ ਹੈਗੀ ਹੈ। ਜਿਹੜੀ ਉਹਦੇ ਲਈ ਇੱਕ ਤੁਹਾਨੂੰ ਵੱਖਰੀ ਲੜਾਈ ਲੜਨੀ ਪੈਂਦੀ ਹੈਗੀ ਹੈ ਤੇ ਵਿਚਾਰਾਂ ਦੀ ਲੜਾਈ। ਉਹ ਜਿਹੜੀਆਂ ਇੱਕ ਬ੍ਰਾਹਮਣੀ ਗੱਲਾਂ ਨੇ, ਬ੍ਰਾਹਮਣਵਾਦ ਦੀਆਂ ਜਿਹੜੀਆਂ ਗੱਲਾਂ ਨੇ, ਉਹ ਸਾਡੇ ਅੰਦਰ ਘਰ ਕੀਤੀ। ਤੁਸੀਂ ਦੇਖੋ ਇਸਲਾਮ ਦੇ ਵਿੱਚ ਉਂਝ ਜਾਤ ਪਾਤ ਹੈ ਨਹੀਂ ਗੀ, ਲੇਕਿਨ ਜਿਹੜੇ ਆਪਣੇ 3 ਦੇਸ਼ ਨੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਤੇ ਪੂਰੀ ਹੈ। ਤਾਂ ਉਹਦਾ ਕਾਰਨ ਹੈ ਕਿਉਂਕਿ ਉਹ ਬਹੁਤੇ ਬੰਦੇ ਇੱਥੋਂ ਹੀ ਕਨਵਰਟ ਹੋਏ ਨੇ ਨਾ, ਤੇ ਇਸ ਕਰਕੇ ਇਹ ਜਿਹੜੀ ਜਾਤ ਹੈ ਇਹ ਤਾਂ ਸਾਰੇ ਕਨਵਰਸ਼ਨ ਦਾ ਹੀ ਆਪਾਂ ਕਹਿ ਸਕਦੇ ਹਾਂ। ਮੁਸਲਮਾਨ ਵੀ ਕਨਵਰਟ ਹੋਏ। ਆਪਾਂ ਜੇ ਗੱਲ ਕਰੀਏ ਤਾਂ ਕੀ ਕਹਿੰਦੇ ਆ ਉਹ ਦ੍ਰਾਵਿਡੀਅਨਸ ਜਿਹੜੇ ਸੀਗੇ ਵਿਚਾਰੇ, ਉਹਨਾਂ ਨੂੰ ਤਾਂ ਥੱਲੇ ਕਰਤਾ ਇੱਥੋਂ ਜੋ ਅਸਲ ਮੂਲ ਰੂਪੀ ਸੀ ਸਾਊਥ ਇੰਡੀਅਨ। ਹਾਂ, ਬਾਕੀ ਇਹ ਵੱਡੀ ਗੱਲ ਹੈਗੀ ਹੈ ਕਿ ਸਾਡੇ ਨਾਲ ਜਿਹੜੇ ਧਰਮ ਗ੍ਰੰਥ ਨਾ ਭਰੇ ਪਏ ਨੇ ਜਾਤੀਵਾਦ ਦੇ ਨਾਲ, ਉਹਨਾਂ ਖਿਲਾਫ ਇੱਕ ਵੱਖਰੀ ਲੜਾਈ ਦੀ ਲੋੜ ਆ। ਹੁਣ ਤੁਸੀਂ ਦੇਖੋ ਬਹੁਤ ਸਾਰੇ ਜਦੋਂ ਤੁਸੀਂ ਧਰਮ ਗ੍ਰੰਥਾਂ ਨੂੰ ਦੇਖਦੇ ਨਾ, ਉਹਦੇ ਵਿੱਚ ਤਾਂ ਇਹ ਕਿਹਾ ਹੀ ਇਹੀ ਜਾਂਦਾ ਵੀ ਜਿਹੜਾ ਇਹ ਜੀ ਚਾਰੇ ਜਿਹੜੇ ਵਰਨ ਨੇ ਨਾ, ਇਹ ਤਾਂ ਰੱਬ ਨੇ ਬਣਾਏ ਹੈਗੇ ਨੇ। ਹੁਣ ਆਹ ਚੀਜ਼ਾਂ ਨੂੰ ਨਾਲ ਜਿਹੜਾ ਇੱਕ ਵੱਖਰੀ ਲੜਾਈ ਜਿਹੜੀ ਤਰਕ ਨਾਲ, ਵਿਗਿਆਨਕ ਚਿੰਤਨ ਨਾਲ ਲੜਨੀ, ਉਹ ਇੱਕ ਵੱਖਰੀ ਲੜਾਈ ਹੈ। ਉਹ ਹੁਣ ਜਦੋਂ ਅਸੀਂ ਵਿਗਿਆਨਕ ਚਿੰਤਨ ਦੀ ਗੱਲ ਕਰਦੇ ਹਾਂ, ਫਿਰ ਜਿਹੜੇ ਕੱਟੜਵਾਦੀ ਆ ਜਾਂਦੇ ਨੇ, ਕਿਉਂਕਿ ਕੱਟੜਵਾਦੀਆਂ ਦੇ ਹਿੱਤ ਸੁਰੱਖਿਅਤ ਨੇ ਇਹ ਜਾਤ ਪਾਤ ਦੇ ਪਾੜੇ ਪਾਉਣ ਦੇ ਨਾਲ। ਤੁਹਾਨੂੰ ਬੜਾ ਰਾਸ ਆ ਰਿਹਾ ਇਹ ਕੰਮ ਜੀ। ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪਣੇ ਦਾਨੇਵਾਲੀ ਸਾਹਿਬ ਤੇ ਸ਼ਿਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧਰਮ ਦੀ ਗੱਲ ਤਾਂ ਇੱਕ ਪਾਸੇ ਛੱਡੋ, ਜੇ ਯੂਰਪੀਅਨ ਦੇਸ਼ ਵਿੱਚੋਂ ਜਾਂ ਕੋਈ ਵਾਈਟ ਕਮਿਊਨਿਟੀ ਵਾਲਾ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਕਿਤੋਂ ਆ ਕੇ ਅਗਰ ਇੰਡੀਆ ਦੇ ਵਿੱਚ ਇਲੈਕਸ਼ਨ ਲੜੇਗਾ, ਕੀ ਆ ਭਾਜਪਾਈ ਜਿਹੜੇ RSS ਵਾਲੇ ਜਰਨਗੇ ਇਹਨੂੰ? ਇਹ ਦੱਸਿਓ। ਜਦ ਕਿ ਇੱਥੇ ਅਸੀਂ ਬੜੀ ਸ਼ਾਨ ਨਾਲ ਇਲੈਕਸ਼ਨ ਲੜਦੇ ਆ, ਨਾ ਕੋਈ ਝਗੜਾ ਹੁੰਦਾ, ਨਾ ਕੋਈ ਰੌਲਾ ਪੈਂਦਾ। ਤੇ ਬਾਕੀ ਜਿਹੜਾ ਕਰੋਨਾ ਉੱਥੇ ਫੈਲ ਰਿਹਾ ਬੁਰੀ ਤਰ੍ਹਾਂ, ਹੁਣ ਸ਼ੰਖ ਵਜਾਉਣਗੇ ਕਿ ਜਾਂ ਟਲੀਆਂ ਵਜਾ ਕੇ ਸਾਰ ਲੈਣਗੇ? ਇਹ ਦੱਸਿਓ, ਮਿਹਰਬਾਨੀ ਜੀ।
ਦੇਖੋ ਜੀ, ਸੋਨੀਆ ਗਾਂਧੀ ਨੇ ਚੋਣ ਜਿੱਤ ਵੀ ਲਈ ਸੀ, ਪ੍ਰਧਾਨ ਮੰਤਰੀ ਬਣ ਵੀ ਜਾਣਾ ਸੀਗਾ, ਤੇ ਜਦੀ ਕਹਿੰਦੇ ਸੁਸ਼ਮਾ ਸਵਰਾਜ ਕਹਿੰਦੀ ਕਿ ਮੈਂ ਤਾਂ ਜੀ ਸਿਰ ਆਪਣਾ ਮੰਡਾ ਲੂੰਗੀ ਤੇ ਛੋਲੇ ਖਾਣ ਲੱਗ ਜਾਊਂਗੀ ਜੇ ਇਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ। ਉਹਦੀ ਕਾਰਨ ਸਾਡੇ ਕੋਲ ਪਈ ਹੈ 2004 ਦੀ, ਜਦੋਂ ਤੁਹਾਨੂੰ ਯਾਦ ਹੋਣਾ ਕਿ ਲਾਲੂ ਯਾਦਵ ਨੇ ਇੱਕ ਬਿਆਨ ਕੀਤਾ ਸੀਗਾ ਕਿ ਅਸਲ ਵਿੱਚ ਇਹ ਕਾਰਨ ਨਹੀਂ, ਅਸਲ ਵਿੱਚ ਕਾਰਨ ਇਹ ਹੈਗਾ ਕਿ ਇੱਕ ਸੋਹਣੀ ਔਰਤ ਦੂਜੀ ਸੋਹਣੀ ਔਰਤ ਨੂੰ ਤੋਂ ਜਲਦੀ ਹੈ। ਹੁਣ ਇਹਨੂੰ ਏਦਾਂ ਪੇਸ਼ ਕੀਤਾ ਸੀ। ਇਹ 2004 ਦੀ ਗੱਲ ਹੈ। ਹੁਣ ਦੂਜੀ ਗੱਲ ਹੈਗੀ, ਇਹਨਾਂ ਨੇ ਕਰੋਨਾ ਦੇ ਸ਼ੰਖ ਵਾਲੀ, ਉਹ ਤੁਹਾਨੂੰ ਪਤਾ ਕਿ ਪਿਛਲੇ ਸਾਲ ਮੋਮਬੱਤੀਆਂ ਵੀ ਜਲਾਈਆਂ ਸੀਗੀਆਂ, ਗੋ ਕਰੋਨਾ ਗੋ ਵੀ ਕੀਤਾ ਸੀਗਾ, ਐਤਕੀ ਵੀ ਕਰ ਲੈਣਗੇ। ਤੇ ਹੁਣ ਆਪਾਂ ਕਿਸਾਨ ਸੰਘਰਸ਼ ਵੱਲ ਆ ਜਾਈਏ ਜੀ। ਕਿਸਾਨ ਸੰਘਰਸ਼ ਦੇ ਉੱਤੇ ਪਿਛਲੇ ਸਮੇਂ ਕੀ ਅਪਡੇਟਸ ਆਈਆਂ ਨੇ? ਰੁਲਦੂ ਸਿੰਘ ਦਾ ਬਿਆਨ, ਲੱਖੇ ਸਿਧਾਣੇ ਦੀ ਵਾਪਸੀ, ਹੋਰ ਬੜੀਆਂ ਅਪਡੇਟਸ ਆ ਰਹੀਆਂ ਨੇ ਜੀ। ਦੀਪ ਸਿੱਧੂ ਨੂੰ ਜ਼ਮਾਨਤ ਕੱਲ ਮਿਲ ਨਹੀਂ ਪਾਈ ਹੈਗੀ, ਹੁਣ ਉਹ ਅੱਗੇ ਤਰੀਕ ਪੈ ਗਈ ਹੈ, ਦੇਖਦੇ ਹਾਂ ਅੱਗੇ ਤਰੀਕ ਕੀ ਹੁੰਦਾ ਹੈ। ਤੇ ਪਰ ਉਹਦੇ ਵਕੀਲ ਜਿਵੇਂ ਕਹਿ ਰਿਹਾ ਕਿ ਦੇਖੋ ਜੀ, ਦੀਪ ਸਿੱਧੂ ਤਾਂ ਉੱਥੇ ਬੜਾ ਸਿਆਣਾ ਬੰਦਾ ਸੀ, ਉਹ ਤਾਂ ਉੱਥੇ ਗਿਆ ਹੀ ਨਹੀਂ ਸੀ ਪਹਿਲਾਂ, ਉਹ ਤਾਂ ਭੀੜ ਨੂੰ ਰੋਕ ਰਿਹਾ ਸੀ ਜੀ। ਹੁਣ ਜਿਹੜੇ ਪਹਿਲਾਂ ਦਮਗਜ਼ੇ ਮਾਰਦੇ ਸੀ, ਸਾਨੂੰ ਪਤਾ ਕਿ ਸਭ ਨੂੰ ਫੋਟੋਆਂ ਆ ਚੁੱਕੀਆਂ ਹੋਈਆਂ, ਜਨਾਬ ਪਹਿਲਾਂ ਹੀ ਪਹੁੰਚਿਆ ਹੋਇਆ ਸੀਗਾ, ਪਹਿਲਾਂ ਹੀ ਉਹਨੇ ਜਿਹੜਾ ਸਾਰਾ ਮਾਹੌਲ ਉਹਨੇ ਤਿਆਰ ਕੀਤਾ ਸੀ 25 ਵਾਲੀ ਸਟੇਜ ਤੇ ਕੀ ਹੋਇਆ, ਕਿਵੇਂ ਉਹ ਸਾਰਾ ਕੁਝ ਹੋਇਆ। ਪਰ ਉਹਦਾ ਵਕੀਲ ਜਿਵੇਂ ਕਹਿ ਰਿਹਾ, ਇਹ ਗੱਲ ਸਾਫ਼ ਹੈ ਤੁਹਾਨੂੰ, ਇਹ ਕਈ ਬੰਦੇ ਨਾ ਇਹਨਾਂ ਦੀ ਦੀਪ ਸਿੱਧੂ ਦੀ ਤੁਲਨਾ ਸਾਡੇ ਸ਼ਹੀਦਾਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਹੈ ਵੀ ਉਹ ਉਦਾਂ ਹੀ। ਯਾਦ ਕਰੋ ਇਤਿਹਾਸ ਵਿੱਚ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾ ਪਿਤਾ ਨੇ ਭਗਤ ਸਿੰਘ ਦੀ ਤੋਂ ਚੋਰੀ ਆਪਣੇ ਇੱਕ ਲੈਟਰ ਲਿਖੀ ਸੀਗੀ ਕਿ ਉਹਦੀ ਮਾਫੀ ਦੇ ਲਈ, ਵੀ ਮੇਰੇ ਮੁੰਡੇ ਨੂੰ ਜਿਹੜਾ ਹੈਗਾ ਬॉयਸ ਰਾਈਟ ਨੂੰ ਚਿੱਠੀ ਲਿਖੀ ਸੀ ਕਿ ਮੇਰੇ ਮੁੰਡੇ ਨੂੰ ਜਿਹੜਾ ਮਾਫ ਕਰ ਦਿੱਤਾ ਜਾਵੇ। ਜਦੋਂ ਭਗਤ ਸਿੰਘ ਨੂੰ ਪਤਾ ਲੱਗਿਆ ਨਾ, ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ, ਤਾਂ ਮੈਂ ਤੁਹਾਨੂੰ ਜਿਹੜਾ ਹੈਗਾ ਕੁਝ ਨਹੀਂ ਕਹਿ ਰਿਹਾ, ਨਹੀਂ ਮੈਂ ਤੁਹਾਨੂੰ ਗੱਦਾਰਾਂ ਦੀ ਸੂਚੀ ਸ਼ਾਮਲ ਕਰਦਾ ਕਿ ਤੁਸੀਂ ਆਪਣਾ ਜਿਹੜਾ ਪੁੱਤਰ ਮੋਹ ਚ ਆ ਗਏ, ਤੁਸੀਂ ਜਿਹੜੀ ਇੱਕ ਦੇਸ਼ ਭਗਤੀ ਦੀ ਜਿਹੜੀ ਇੱਕ ਜਿਹੜੀ ਭਾਵਨਾ ਉਹਦੇ ਤੋਂ ਪਰਾਂ ਚਲੇ ਗਏ। ਕਿਰਪਾ ਕਰਕੇ ਆ ਜਿਹੜੀ ਮੈਂ ਤੁਹਾਨੂੰ ਚਿੱਠੀ ਲਿਖੀ ਹੈ ਅਖਬਾਰ ਦੇ ਵਿੱਚ ਛਪਾਓ, ਤਾਂ ਕਿ ਤੁਹਾਡੀ ਜਿਹੜੀ ਕੀਤੀ ਹੋਈ ਕਾਰਵਾਈ ਉਹ ਲੋਕ ਮੇਰੀ ਕਾਰਵਾਈ ਨਾ ਸਮਝ ਲੈਣ। ਉਹ ਤਾਂ ਉਸ ਸਮੇਂ ਉਹਨਾਂ ਦੇ ਪਿਤਾ ਜੀ ਦਾ ਵੀ ਬੜਾ ਵੱਡਾ ਜਿਗਰਾ ਸੀ, ਉਹਨਾਂ ਨੇ ਉਹੀ ਚਿੱਠੀ ਨੂੰ ਦਾ ਟ੍ਰਿਬਿਊਨ ਦੇ ਵਿੱਚ ਛਪਾਇਆ ਉਸ ਸਮੇਂ ਦੇ ਵਿੱਚ ਹੈ। ਤੇ ਦੂਜੇ ਪਾਸੇ ਦੀਪ ਸਿੱਧੂ ਜੀ ਨੇ ਪਹਿਲਾ ਸਟੇਟਮੈਂਟ ਖੁਦ ਦਿੱਤੀ ਸੀ ਕਿ ਨਹੀਂ ਜੀ ਮੈਂ ਤਾਂ ਉੱਥੇ ਗਿਆ ਨਹੀਂ ਸੀਗਾ, ਮੈਂ ਤਾਂ ਜੀ ਉੱਥੇ ਭੀੜ ਨੂੰ ਰੋਕ ਰਿਹਾ ਸੀ, ਜਿਹਨੂੰ ਕੱਲ ਤੱਕ ਸੰਗਤ ਕਹਿ ਰਿਹਾ ਸੀ ਉਹ ਭੀੜ ਹੋ ਗਈ। ਤੇ ਹੁਣ ਵਕੀਲ ਵੀ ਇਹੀ ਬੋਲ ਰਿਹਾ ਤੇ ਤੁਲਨਾ ਕਰ ਰਹੇ ਨੇ ਸਾਡੇ ਸ਼ਹੀਦਾਂ ਨਾਲ ਜਿਨ੍ਹਾਂ ਦੇ ਇੱਥੇ ਐਡੇ ਜਿਗਰੇ ਸੀਗੇ। ਹੁਣ ਗੱਲ ਹੈ ਕਿ ਲੱਖੇ ਸਿਧਾਣੇ ਦੀ, ਦੇਖੋ ਸਾਡਾ ਮੰਨਣਾ ਇਹ ਹੈਗਾ ਕਿ ਖੌਰੂ ਪਾਊ ਟੋਲਿਆਂ ਵਿੱਚੋਂ ਉਹ ਸੀ, ਉਹ ਇੱਕ ਤਰ੍ਹਾਂ ਨਾਲ ਦੋਗਲੀ ਨੀਤੀ ਖੇਡਦਾ ਰਿਹਾ ਵੀ ਮੈਂ ਕਿਸਾਨ ਲੀਡਰਾਂ ਨਾਲ ਵੀ ਆ, ਮੈਂ ਉਧਰ ਵੀ ਚਲਾ ਜਾਂਦਾ ਰਿਹਾ। ਉਹ ਜਿਵੇਂ ਕਹਿੰਦੇ ਆ ਕਿ ਅੱਧੀ ਤੇਰੀ ਮੈਂ ਮੁਲਾਜ਼ੇਦਾਰਾ, ਅੱਧੀ ਮੈਂ ਗਰੀਬ ਜੱਟ ਦੀ। ਹੁਣ ਇਹਨੂੰ ਜੇ ਐਂਟਰੀ ਕਰਾ ਰਹੇ ਆ ਤਾਂ ਅਸੀਂ ਕੰਮ ਨੇ ਇਹੀ ਕਰੀਏ ਕਿ ਭਾਈ ਠੀਕ ਹੈ ਚੰਗਾ ਬਣ ਕੇ ਰਹੇ, ਹਾਲਾਂਕਿ ਮੈਨੂੰ ਹਾਲੇ ਵੀ ਸ਼ੱਕ ਹੈ ਵੀ ਭਾਸ਼ਣ ਜਿਹੜੇ ਨੇ ਉਧਰ ਨੂੰ ਫੇਰ ਲਿਜਾ ਸਕਦੇ ਨੇ। ਬਿਲਕੁਲ ਜੀ ਬਿਲਕੁਲ, ਕਿਉਂਕਿ ਹੁਣ ਕਹਿਣਾ ਨਹੀਂ ਚਾਹੀਦਾ, ਬਹੁਤ ਮੁਸ਼ਕਿਲ ਵਾਲੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਹੈ। ਕਿਉਂਕਿ ਬੀਜੇਪੀ ਨੂੰ ਵੀ ਪਤਾ ਜੇ ਕਿਤੇ ਇੱਧਰ ਥੋੜ੍ਹੀ ਜਿਹੀ ਇਹਨਾਂ ਦੀ ਅਸਾਮ ਤੇ ਹੱਥੋਂ ਨਿਕਲ ਗਿਆ ਤੇ ਇਹਨਾਂ ਦੀ ਜਿਹੜੀ ਹੈ, ਤੁਹਾਨੂੰ ਕੀ ਲੱਗਦਾ ਉਧਰ ਕੀ ਸਥਿਤੀ ਹੈ ਜੀ? ਵੈਸੇ ਆਪਾਂ ਗੱਲ ਕਰੀਏ ਥੋੜੀ ਜੀ ਬੰਗਾਲ ਦੇ ਵਿੱਚ ਨਾ ਹਾਲ ਦੀ ਘੜੀ ਤਾਂ ਮਮਤਾ ਅੱਗੇ ਹੈ, ਦੋ ਜਿਹੜੇ ਹੋ ਚੁੱਕੇ ਹੈਗੇ ਨੇ ਪੜਾਅ ਉਹਦੇ ਵਿੱਚ, ਪਰ ਅਗਲੇ ਪੜਾਵਾਂ 'ਚ ਬਹੁਤ ਤਕੜਾ ਜ਼ੋਰ ਲਾਉਣਾ ਬੀਜੇਪੀ ਨੇ। ਸੈਕੰਡ ਦੌਰ ਦੇ ਵਿੱਚ ਹੀ ਬੜਾ ਤਕੜਾ ਜ਼ੋਰ ਲਾਇਆ, ਉਹਦੇ ਵਿੱਚ ਜਿਵੇਂ ਧਾਂਦਲੀਬਾਜ਼ੀ ਹੋਈ ਹੈ ਸਭ ਸਾਹਮਣੇ ਆਇਆ ਵਾ। ਮਤਲਬ ਪਹਿਲੇ ਦੌਰ 'ਚ ਪੂਰੀ ਤਰ੍ਹਾਂ ਮਮਤਾ ਅੱਗੇ ਸੀਗੀ, ਦੂਜੇ ਦੌਰ ਦੇ ਵਿੱਚ ਧਾਂਦਲੇਬਾਜ਼ੀ ਹੋਈ ਆ, ਤੇ ਕੁਝ ਦੇਖਣ ਵਾਲੇ ਕਹਿ ਰਹੇ ਨੇ ਅਗਲੇ ਦੌਰ ਦੇ ਵਿੱਚ ਬੀਜੇਪੀ ਹੋਰ ਤਕੜਾ ਦਾਅ ਲਾ ਸਕਦੀ ਹੈ। ਇਸ ਲਈ ਫਸਵਾਂ ਮੁਕਾਬਲਾ ਅਸਾਮ ਦੇ ਵਿੱਚ ਮੈਨੂੰ ਲੱਗਦਾ ਕਿ ਅਸਾਮ ਦੇ ਵਿੱਚ ਹਾਲੇ ਬੀਜੇਪੀ ਉੱਪਰ ਹੈ ਜੀ, ਕਿਉਂਕਿ ਅਸਾਮ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਨਾ, ਉਹ ਕਿਉਂਕਿ ਸੈਕੰਡ ਪਾਰਟੀ ਕਾਂਗਰਸ ਹੈ, ਕਾਂਗਰਸ ਉੱਥੇ ਪਹਿਲਾਂ ਨਾਲੋਂ ਫਿਰ ਹੋਰ ਹਲਕੀ ਹੋਈ ਹੈ। ਕਿਉਂਕਿ ਇਹ ਕਾਂਗਰਸ ਦਾ ਵੈਸੇ ਵੇਖੀ ਜਾਈਏ, ਜਿਵੇਂ ਜਿਵੇਂ ਕਹਿੰਦੇ ਵੀ ਲਗਾਤਾਰ ਕਾਂਗਰਸ ਪਾਰਟੀ ਦਾ ਜਿਹੜਾ ਨਾ ਪੱਠਾ ਬੈਠਦਾ ਨਜ਼ਰ ਆ ਰਿਹਾ, ਕਿਉਂਕਿ ਉਹਨਾਂ ਨੇ ਵੱਡੇ ਲੀਡਰ ਖੁੱਡੇ ਲਾ ਦਿੱਤੇ, ਉਹਨਾਂ ਚੱਲਣ ਨਹੀਂ ਦਿੱਤੇ। ਉੱਥੇ ਵੀ ਜਿਵੇਂ ਤਰੁਣ ਗੋਗੋਈ ਵਰਗੇ ਲੀਡਰ ਹੁੰਦੇ ਸੀ ਨਾ, ਉਹ ਤਾਂ ਹੁਣ ਉਸ ਤਰ੍ਹਾਂ ਦੇ ਰਹੇ ਨਹੀਂ ਮਹਾਰਥੀ ਲੀਡਰ ਜਿਹੜੇ ਅਸਾਮ ਦੇ ਵਿੱਚ। ਤੇ ਜਾਂ ਫਿਰ ਉਹਨਾਂ ਦੇ ਜਿਹੜੇ ਉਹਦਾ ਭਰਾ ਹੋ ਗਿਆ, ਜਿਹੜਾ ਪਹਿਲਾਂ ਇੱਕ ਸਮੇਂ ਉਹਨੇ ਡਾਕਟਰ ਮਨਮੋਹਨ ਸਿੰਘ ਲਈ ਸੀਟ ਛੱਡੀ ਸੀਗੀ, ਸੀਟ ਛੱਡਣ ਦੀ ਪੇਸ਼ਕਸ਼ ਕੀਤੀ ਸੀ ਕਿ ਜੇ ਮਨਮੋਹਨ ਸਿੰਘ ਚਾਹੁੰਦੇ ਨੇ ਲੋਕ ਸਭਾ ਦੀ ਚੋਣ ਲੜਨਾ ਤਾਂ ਮੈਂ ਸੀਟ ਛੱਡਦਾ, ਤੇ ਉਹ ਵੀ ਹੁਣ ਇੰਨਾ ਕੋਈ ਐਕਟਿਵ ਹੈ ਨਹੀਂਗਾ। ਇਸ ਕਰਕੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੇ ਵੱਡੇ ਲੀਡਰ ਜੇ ਤਾਂ ਮਰ ਮੁਰ ਗਏ ਜਾਂ ਫਿਰ ਉਹਨਾਂ ਨੂੰ ਖੁੱਡੇ ਲਾ ਦਿੱਤਾ ਗਿਆ ਹੈ, ਤੇ ਜਿਹਦੇ ਕਰਕੇ ਕਾਂਗਰਸ ਨੇ ਵੱਡੇ ਲੀਡਰਾਂ ਨੂੰ, ਸਮਝਦਾਰ ਲੀਡਰ ਉਭਰਨ ਨਹੀਂ ਦਿੱਤੇ ਹੈਗੇ। ਉਹਦੀ ਵੱਡੀ ਪ੍ਰੋਬਲਮ ਰਹੀ ਹੈ, ਉਹ ਤਾਂ ਨਹੀਂ ਉਭਰਨ ਦਿੱਤੇ ਕਿ ਫਿਰ ਕਿਤੇ ਗਾਂਧੀ ਨਹਿਰੂ ਪਰਿਵਾਰ ਖਤਰੇ 'ਚ ਨਾ ਪੈ ਜਾਏ। ਖੁਦ ਕੋ ਬਚਾਤੇ ਹੋਏ ਕਹਿੰਦੇ ਸਾਰਾ ਵੰਸ਼ਜ ਹੀ ਲੈ ਡੂਬੇ। ਹਾਂ, ਇਹ ਚੀਜ਼ ਹੋਈ ਹੈ ਜੀ। ਸੋ ਹੋਰ ਕੋਈ ਅਪਡੇਟ ਜੀ ਜਾਣ ਤੋਂ ਪਹਿਲਾਂ?
ਜੀ ਬਿਲਕੁਲ। ਅੱਛਾ, ਕੁਝ ਖਬਰਾਂ ਦੇ ਉੱਤੇ ਥੋੜਾ ਜਿਹਾ ਧਿਆਨ ਮੰਗਦਾ ਹੈਗਾ, ਕਿਉਂਕਿ ਹਾਲੇ ਵੀ ਰੇਪ ਵਗੈਰਾ ਦੇ ਮਾਮਲੇ ਯੂਪੀ ਦੇ ਵਿੱਚ ਲਗਾਤਾਰ ਆ ਰਹੇ ਨੇ, ਸਾਡੇ ਸਾਹਮਣੇ ਨੇ। ਇਹਦੇ ਨਾਲ ਹੀ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ। ਪਹਿਲਾਂ ਵੀ ਜਿਹੜੇ ਪੁਰਸਕਾਰ ਕੰਗਨਾ ਨੂੰ ਵੀ ਮਿਲ ਗਿਆ, ਬੜੀ ਸੇਵਾ ਸੁਭਾ ਕਰੀ ਦਾ। ਹੁਣ ਰਜਨੀਕਾਂਤ ਤੋਂ ਵੀ ਕਾਫੀ ਸਾਰੀਆਂ ਇੱਛਾਵਾਂ ਹੈਗੀਆਂ ਨੇ ਬੀਜੇਪੀ ਦੀਆਂ, ਦੇਖਦੇ ਹਾਂ ਜੀ ਕਿਵੇਂ ਜਾ ਕੇ ਪੂਰੀਆਂ ਕਰਦਾ ਹੈਗਾ। ਪੰਜਾਬ ਦੇ ਵਿੱਚ ਔਰਤਾਂ ਲਈ ਜਿਹੜਾ ਮੁਫਤ ਸਫ਼ਰ ਦਾ ਆਗਾਜ਼ ਸ਼ੁਰੂ ਹੋ ਚੁੱਕਾ ਹੈ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸਾਡਾ ਜਿਹੜਾ ਟਰਾਂਸਪੋਰਟ ਮਹਿਕਮਾ ਨਾ ਬਹੁਤ ਘਾਟੇ ਜਾ ਰਿਹਾ। ਕਿਤੇ 1 ਅਪ੍ਰੈਲ ਨੂੰ ਜਿਹੜਾ ਹੁਕਮ ਲਾਗੂ ਹੋਇਆ ਔਰਤਾਂ ਨਾਲ, ਕਿਤੇ ਅਪ੍ਰੈਲ ਫੂਲ ਤਾਂ ਨਹੀਂ ਮਨਾ ਰਹੀ ਸਰਕਾਰ, ਇਹ ਦੇਖਣਾ ਹੋਏਗਾ। ਅੱਛਾ, ਕੁਝ ਬੀਬੀਆਂ ਦੇ ਵੀ ਇੱਕ ਬੜਾ ਵਾਇਰਲ ਹੋ ਰਹੀ, ਉਹ ਕਹਿੰਦੀ ਭਾਈ, ਕਹਿੰਦੀ ਤੁਸੀਂ ਤਨਖਾਹਾਂ ਕਿੱਥੋਂ ਦਿਓ, ਕਿਉਂਕਿ ਤੁਸੀਂ ਕਹਿੰਦੀ ਮੁਫਤ ਦਾ ਸਫ਼ਰ ਕਰਾਤਾ, ਕਹਿੰਦੀ ਤੁਸੀਂ ਤਾਂ ਇਹਦਾ ਮਤਲਬ ਤੁਸੀਂ ਬੇਰੁਜ਼ਗਾਰੀ ਵਧਾ ਰਹੇ ਹੋ, ਤੁਸੀਂ ਤਨਖਾਹਾਂ ਕਿੱਥੋਂ ਦਿਓਗੇ, ਮੁੰਡੇ ਬੇਰੁਜ਼ਗਾਰ ਹੋ ਜਾਣਗੇ, ਕੱਲ ਨੂੰ ਬੱਸਾਂ ਬੰਦ ਕਰ ਦਿਓਗੇ, ਪ੍ਰਾਈਵੇਟ ਵਾਲਿਆਂ ਨੂੰ ਕਹਿ ਦੇਣਗੇ ਤੁਸੀਂ ਚਲਾ ਦਿਓ ਜੀ। ਨਹੀਂ, ਇਹਦਾ ਕਾਰਨ ਇਹੀ ਹੈ। ਵੈਸੇ ਮੈਂ ਇਹਨੂੰ ਨਾ ਐਂ ਦੇਖਦਾ ਹੁੰਦਾ, ਜੇ ਤਾਂ ਤੁਹਾਡੇ ਕੋਲ ਨਾ ਪਹਿਲਾਂ ਤਾਂ ਆਪਣੇ ਤੁਹਾਡੇ ਕੋਲ ਖਜ਼ਾਨਾ ਵਧੀਆ ਹੋਵੇ, ਕਿਉਂਕਿ ਆ ਜਿਹੜੀਆਂ ਸਹੂਲਤਾਂ ਦੇਣੀਆਂ ਠੀਕ ਆ ਬਣਦੀਆਂ ਨੇ ਇਹ, ਕਿਉਂਕਿ ਜਿਹੜੀ ਕਲਿਆਣਕਾਰੀ ਸਟੇਟ ਆ ਉਹ ਦਿੰਦੀ ਆ, ਪਰ ਤੁਹਾਡੇ ਤਾਂ ਹਾਲਤ ਹੀ ਹੈ ਨਾ ਵੀ ਤੁਸੀਂ ਤਾਂ ਜਿਹੜਾ ਇਹ ਸਹੂਲਤਾਂ ਉਦੋਂ ਦੇ ਰਹੇ ਹੋ ਜਦੋਂ ਤੁਹਾਡੀ ਆਪਣਾ ਜਿਹੜਾ ਟਰਾਂਸਪੋਰਟ ਮਹਿਕਮਾ ਘਾਟੇ ਦੇ ਵਿੱਚ ਆ, ਵੱਡੇ ਪੱਧਰ ਤੇ ਘਾਟੇ ਦੇ ਵਿੱਚ ਜਾ ਰਿਹਾ ਹੈਗਾ, ਤੇ ਉਹਨੂੰ ਤੁਸੀਂ ਬੰਦ ਕਰਨ ਦੀ ਕਗਾਰ ਤੇ ਆ। ਜਾਂ ਤਾਂ ਫਿਰ ਐਂ ਕਰੋ ਵੀ ਜਿਹੜਾ ਲੀਡਰਾਂ ਦੀਆਂ ਬੱਸਾਂ ਨੇ ਉਹਦੇ ਵਿੱਚ ਸਹੂਲਤ ਦਿਓ, ਬਾਦਲ ਕਿਆਂ ਦੀ ਬੱਸ ਵਿੱਚ ਦਿਓ, ਕਹਿ ਦਿਓ ਵੀ ਬਾਦਲ ਕਿਆਂ ਦੀ ਬੱਸ ਵਿੱਚ ਵੀ ਸਹੂਲਤ ਹੈਗੀ ਆ, ਤੇ ਜਾਂ ਫਿਰ ਡਿੰਪੇ ਦੀ ਬੱਸ ਵਿੱਚ ਦਿਓ, ਫਿਰ ਤਾਂ ਅਸੀਂ ਮੰਨੀਏ। ਤੁਸੀਂ ਤਾਂ ਉਸ ਆਪਣੇ ਇਦਾਰੇ ਦੀਆਂ ਬੱਸਾਂ 'ਚ ਦੇ ਰਹੇ ਜਿਹਨੂੰ ਤੁਸੀਂ ਪਹਿਲਾਂ ਹੀ ਬੰਦ ਕਰਨ ਦੀ ਕਗਾਰ ਤੇ ਕਰ ਰਹੇ ਹੋ। ਇਹਦੇ ਨਾਲ ਲੱਗਦਾ ਕਿ ਕੁਝ ਵੋਟਾਂ ਤੇ ਪ੍ਰਭਾਵ ਪੈ ਜਾਊਗਾ। ਦੇਖੋ, ਇਹਦਾ ਪ੍ਰਚਾਰ ਹੁੰਦਾ ਹੈ, ਜਿਵੇਂ ਬਾਦਲ ਕਿਆ ਨੇ ਉਹ ਪਹਿਲਾਂ ਇਹ ਜਿਹੀਆਂ ਲੋਕ ਲਭਾਓ ਸਕੀਮਾਂ ਦਿੱਤੀਆਂ, ਉਹਦਾ ਹੁਣ ਤੁਹਾਨੂੰ ਪਤਾ ਵੀ ਥੋੜਾ ਮੋਟਾ 1-2% ਹੁੰਦਾ, ਵੀ ਪੂਰਾ ਵੋਟਾਂ 'ਚ ਤਬਦੀਲ ਹੁੰਦਾ, ਏਦਾਂ ਤਾਂ ਨਹੀਂ ਹੁੰਦਾ। ਇੱਕ ਚੋਣਾਂ ਤੋਂ ਪਹਿਲਾਂ ਦੀ ਕਸਰਤ ਹੁੰਦੀ ਹੈਗੀ ਲੋਕਾਂ ਨੂੰ ਲੁਭਾਉਣ ਦੀ ਜੀ। ਉਹ ਨਾ ਮੈਨੂੰ ਇੱਕ ਗੱਲ ਯਾਦ ਆ ਗਈ, ਮੈਂ ਨਾ ਕਈ ਸਾਲਾਂ ਦੀ ਗੱਲ ਹੈ, ਇੱਕ ਬਜ਼ੁਰਗ, ਮੈਂ ਕਾਰ ਠੀਕ ਕਰਾਉਣ ਗਿਆ ਤੇ ਉੱਥੇ ਬਜ਼ੁਰਗ ਬੈਠੇ, ਗਰਮੀ ਸੀ ਬਹੁਤ ਜ਼ਿਆਦਾ ਜੀ। ਮੈਂ ਉਹ ਮਿਸਤਰੀ ਨੂੰ ਆਖਿਆ, ਮੈਂ ਕੋਈ ਨਹੀਂ ਯਾਰ, ਮੇਰੀ ਤਾਂ 2 ਘੰਟੇ ਮਗਰੋਂ ਠੀਕ ਹੋ ਜੂਗੀ, ਤੂੰ ਬਜ਼ੁਰਗਾਂ ਨੂੰ ਵਿਹਲਾ ਕਰ ਦੇ ਜੀ। ਉਹ ਬਜ਼ੁਰਗ ਕਹਿੰਦੇ ਨਾ ਭਾਈ ਕਾਕਾ, ਤੂੰ ਆਪਦਾ ਕੰਮ ਕਰਾ ਤੇ ਜਾ, ਮੇਰਾ ਫਿਕਰ ਨਾ ਕਰ। ਮੈਨੂੰ ਗੱਲ ਤਾਂ ਰੁੱਖੀ ਜੀ ਲੱਗੀ। ਚਲੋ ਬੈਠੇ ਬੈਠੇ ਮੈਂ ਗੱਲਾਂ ਕਰ ਲਈਆਂ। ਮੈਂ ਕੀ ਗੱਲ ਬਾਪੂ ਜੀ ਤੁਸੀਂ ਬੜਾ ਰੁੱਖਾ ਜਿਹਾ ਬੋਲੇ। ਕਹਿੰਦੇ ਭਾਈ ਰੁੱਖਾ ਕਾਹਦਾ? ਕਹਿੰਦਾ ਮੇਰੀ ਗੱਲ ਸੁਣ, ਕਹਿੰਦਾ ਮੈਂ ਰਿਟਾਇਰ ਹੋ ਗਿਆ, ਹੋਰ ਹੋ ਗਿਆ, ਕਹਿੰਦਾ ਮੈਨੂੰ ਸਵੇਰੇ ਉੱਠਣਗੇ ਬਾਪੂ ਜੀ ਤੂੰ ਵਿਹਲਾ, ਦੁੱਧ ਲੈ ਆ, ਮੁੜ ਕੇ ਆਉਣਾ ਬਾਪੂ ਜੀ ਤੂੰ ਤਾਂ ਵਿਹਲਾ, ਬਟ ਜਵਾਕ ਨੂੰ ਸਕੂਲ ਛੱਡਿਆ। ਫਿਰ ਛੋਟੀ ਨੌਂ ਕਹਿੰਦੀ ਹੈ ਬਾਪੂ ਜੀ ਤੂੰ ਤਾਂ ਵਿਹਲਾ, ਛੋਟੇ ਨੂੰ ਛੱਡਿਆ। ਫਿਰ ਕਹਿੰਦੀ ਤੂੰ ਸਬਜ਼ੀ ਲੈ ਆ, ਫਿਰ ਉਹਨਾਂ ਨੂੰ ਉੱਥੋਂ ਸਕੂਲੋਂ ਲੈ ਆ, ਫਿਰ ਜੀ ਤੂੰ ਇੱਧਰ ਜਾ ਆ। ਕਹਿੰਦਾ ਮੇਰੇ ਤੋਂ ਕੰਮ ਸਾਰਾ ਦਿਨ ਲਈ ਜਾਂਦੇ, ਮੁੜ ਕੇ ਮੈਂ ਵਿਹਲੇ ਦਾ ਵਿਹਲਾ। ਹੁਣ ਕਹਿੰਦਾ ਮੈਂ ਤਾਂ ਭਾਈ, ਕਹਿੰਦਾ 2 ਦਿਨ ਕੀ 3 ਦਿਨਾਂ 'ਚ ਗੱਡੀ ਠੀਕ ਕਰਾਊਂ, ਆਰਾਮ ਨਾਲ ਬਹਿ ਕੇ। ਮੈਂ ਤਾਂ ਉੱਥੇ ਕਹਿ ਦੇਣਾ ਭਾਈ ਮੈਂ ਤਾਂ ਮੇਰੀ ਗੱਡੀ ਠੀਕ ਕਰਾਉਣਾ। ਹੁਣ ਗੱਲ ਉਹ ਹੋ ਗਈ ਕਿ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਸਾਡੀਆਂ, ਉਹਨੂੰ ਕਹਿ ਦੇਣਗੇ ਬੀਬੇ ਤੂੰ ਚਾਹ ਫਲਾਣੇ ਦਾ ਕੰਮ ਜਾਇਆ, ਤੂੰ ਤਾਂ ਵਿਹਲੀ ਹੈ, ਨਾਲੇ ਭਾੜਾ ਮੁਫਤ ਹੈ। ਉਹ ਇੱਕ ਨੇ ਇੱਕ ਵੀਡੀਓ ਆ ਰਹੀ, ਉਹ ਭਾੜੇ ਦੇ ਚੱਕਰ ਮੁਫਤ 'ਚ ਉਹ ਆਪਦੀ ਘਰ ਵਾਲੀ ਥੱਲੇ ਦੇ ਲੈਣੀ ਸੀਗੀ। ਉਹ ਸਕੂਟਰ ਤੇ ਚੜਾਉਂਦਾ ਮਗਰ ਲਾਈ ਗਿਆ ਵੀ ਸਰਕਾਰੀ ਬੱਸ ਜਾਂਦੀ ਹੈ, ਉਹ ਮਗਰ ਉਹ ਮਸਾਂ ਬਚੀ, ਉਹ ਬੜੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀ ਗੱਲ ਆ ਗਈ ਹੁਣ, ਟਿਕਾ ਜਿਹੜਾ ਬੁੜੀਆਂ ਨੂੰ ਨਹੀਂ ਟਿਕਣ ਦੇਣਾ, ਵਿਚਾਰੀਆਂ ਨੂੰ, ਬਜ਼ੁਰਗ ਔਰਤਾਂ ਨੂੰ ਨਹੀਂ ਟਿਕਣ ਦੇਣਾ। ਇਹ ਤੁਹਾਨੂੰ ਯਾਦ ਹੋਣਾ ਨਾ ਵੀ ਪਹਿਲਾਂ ਵੀ ਜਦੋਂ ਨਾ 60 ਸਾਲ ਤੋਂ ਉੱਪਰ ਜਾਂ ਇਸ ਤਰ੍ਹਾਂ ਤੋਂ ਉੱਪਰ ਦੇ ਇੱਕ ਸਕੀਮ ਆਈ ਸੀਗੀ ਇਦਾਂ ਹੀ ਬੱਸ ਯਾਤਰਾ ਤੇ, ਉਸ ਸਮੇਂ ਇਹ ਚੀਜ਼ਾਂ ਬਹੁਤ ਚੱਲੀਆਂ ਸੀਗੀਆਂ ਵੀ ਚੰਗਾ ਹੁਣ ਤਾਂ ਬਜ਼ੁਰਗ ਔਰਤਾਂ ਨੂੰ ਭੇਜਿਆ ਕਰਨਗੇ। ਬਜ਼ੁਰਗਾਂ ਬਾਰੇ ਇਦਾਂ ਦੀ ਇੱਕ ਸਹੂਲੀਅਤ ਆਈ ਸੀ, ਮੈਂ ਭੁੱਲ ਰਿਹਾ, ਸਾਨੂੰ ਭੁੱਲ ਰਿਹਾ, ਆਪਣੇ ਪੰਜਾਬ ਦੀ ਗੱਲ ਹੀ ਹੈ। ਉਦੋਂ ਵੀ ਇਸ ਤਰ੍ਹਾਂ ਦੀ ਜਿਹੜੀ ਚੀਜ਼ ਆਈ ਸੀਗੀ, ਬਿਲਕੁਲ ਹੁਣ ਵੀ ਸਾਹਮਣੇ ਆਉਣਗੀਆਂ ਜੀ। ਉਹਦੇ ਤੇ ਫਿਰ ਲਤੀਫੇ ਵੀ ਬਣਨਗੇ, ਕੁਝ ਸੱਚੀਆਂ ਘਟਨਾਵਾਂ ਵੀ ਵਾਪਰਨਗੀਆਂ, ਕੁਝ ਲਤੀਫੇ ਵੀ ਵਾਪਰਨਗੇ। ਕਹਿਣ ਦਾ ਮਤਲਬ ਹੈਗਾ ਕਿ ਇਹ ਕੁਝ ਹੋਏਗਾ, ਸੁਭਾਵਿਕ ਹੈ। ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ, ਧੰਨਵਾਦ, ਸ਼ੁਕਰੀਆ। ਸੋ ਇਹ ਸ਼ਨ ਜੀ ਸ਼ਵਿੰਦਰ ਜੀ, ਤੇ ਇਹਨਾਂ ਨਾਲ ਮੁਲਾਕਾਤ ਫਿਰ ਹੋਏਗੀ ਸੋਮਵਾਰ ਨੂੰ। ਸੋ ਇੱਕ ਬ੍ਰੇਕ ਦਾ ਸਮਾਂ ਹੈ ਜੀ, ਤੇ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਇਸੇ ਤਰ੍ਹਾਂ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜੇ ਰਹੋ। ਤੇ ਪ੍ਰੋਗਰਾਮ ਸ਼ਮਾਦਾਨ ਨੂੰ ਤੁਸੀਂ YouTube ਚੈਨਲ ਅਤੇ Facebook